माई सैल्फ परमिंदर सिंह, वैल्डिंग इंस्ट्रक्टर गौरमेंट ITI तलवाड़ा, जिहड़ा कि हुण नाम चेंज के RC गौरमेंट ITI तलवाड़ा कर दिता गया है। मेरा विभाग डिपार्टमेंट टैक्नीकल एजुकेशन इंडस्ट्रीयल ट्रेनिंग पंजाब ਵੱਲੋਂ बहुत ही ਲਾਹੇਵੰਦ ਸਿਖਿਆਰਥੀਆਂ ਦੇ ਲਈ ऑनलाइन पंजाबी चैनल ट्रेनिंग एजुकेशन ਦਿੱਤੀ जा रही है। काफ़ी ही वधिया प्रोग्राम और वधिया प्लेटफार्म ਸਿਖਿਆਰਥੀਆਂ ਨੂੰ ਦਿੱਤਾ ਗਿਆ ਹੈ ਅਤੇ ਇਸ ਦੇ ਵਿੱਚ ਮੈਨੂੰ ਅੱਜ ਵੈਲਡਰ ਦੇ ਵੀਕ ਨੰਬਰ 38 ਦੇ ਥਿਊਰੀ ਦਾ ਇੱਕ ਕਲਾਸ ਲਗਾਉਣ ਦਾ ਮੌਕਾ ਦਿੱਤਾ ਹੈ, ਜਿਸ ਲਈ ਮੈਂ ਬੜਾ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਤੇ ਅੱਜ ਦਾ ਟੌਪਿਕ ਜਿਹੜਾ ਸਾਡਾ ਵੀਕ ਨੰਬਰ 38 ਹੈ ਉਹ ਹੁਣ ਅਸੀਂ ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਤੇ ਇਹ ਮੈਂ ਵਧੀਆ ਕਲਾਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਹਾਂ। ਇਸ ਕਲਾਸ ਨੂੰ ਤੁਸੀਂ ਕਾਫੀ ਨੌਲੇਜ ਗੇਨ ਕਰੋਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਤੋਂ ਕਾਫੀ ਨੌਲੇਜ ਕਲੈਕਟ ਕਰੋਗੇ ਅਤੇ ਮੈਨੂੰ ਇਸ ਦੇ ਕਮੈਂਟਸ, ਜਿਸ ਤਰ੍ਹਾਂ ਦੇ ਵੀ ਕਮੈਂਟਸ ਹੋਏ ਹੋਣਗੇ ਉਹ ਤੁਸੀਂ ਮੇਰੇ ਨਾਲ ਸ਼ੇਅਰ ਕਰੋਗੇ। ਅੱਜ ਦਾ ਸਾਡਾ ਟੌਪਿਕ ਜੋ ਕਿ ਵੈਲਡਰ ਥਿਊਰੀ ਵੀਕ ਨੰਬਰ 38 ਤੇ ਹੈ, ਜਿਸ ਦੇ ਵਿੱਚ ਅਸੀਂ ਵੈਲਡਰ ਪ੍ਰੋਸੈਸ GTAW ਵੈਲਡਿੰਗ ਪ੍ਰੋਸੈਸ, ਇਹਦੇ ਅਦਰ ਨੇਮਸ ਔਰ ਇਸ ਵਿੱਚ ਯੂਜ਼ ਹੋਣ ਵਾਲੇ ਇਕੁਇਪਮੈਂਟਸ ਔਰ ਇਸ ਵਿੱਚ ਯੂਜ਼ ਹੋਣ ਵਾਲੀ ਪੋਲੈਰਿਟੀ ਅਤੇ ਕਰੰਟਸ ਅਤੇ ਇਹਦੇ ਵਿੱਚ ਕਿਹੜੇ ਕਿਹੜੇ ਪਾਵਰ ਸੋਰਸ ਯੂਜ਼ ਕੀਤੇ ਜਾਂਦੇ ਨੇ, ਇਹਦੇ ਐਪਲੀਕੇਸ਼ਨ, ਇਹਦੇ ਐਡਵਾਂਟੇਜ, ਇਹਦੇ ਡਿਸਐਡਵਾਂਟੇਜ, ਫੀਚਰਸ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ GTAW ਕੀ ਹੁੰਦਾ ਹੈ? ਵਾਟ ਇਜ਼ GTAW? GTAW G ਤੋਂ ਗੈਸ, T ਤੋਂ ਟੰਗਸਟਨ ਔਰ A ਤੋਂ ਆਰਕ ਔਰ W ਤੋਂ ਵੈਲਡ। GTAW ਦਾ ਮਤਲਬ ਹੈ ਗੈਸ ਟੰਗਸਟਨ ਆਰਕ ਵੈਲਡਿੰਗ। ਇਸ ਵਿੱਚ ਅਸੀਂ ਇੱਕ ਗੈਸ ਯੂਜ਼ ਕਰਦੇ ਹਾਂ ਜਿਵੇਂ ਕਿ ਆਰਗਨ ਅਤੇ ਹੀਲੀਅਮ, ਔਰ ਟੰਗਸਟਨ ਇਲੈਕਟ੍ਰੋਡ ਜੋ ਕਿ ਇਸ ਵੈਲਡਿੰਗ ਦੇ ਵਿੱਚ ਬੜੀ ਖਾਸ ਭੂਮਿਕਾ ਨਿਭਾਉਂਦਾ ਹੈ, ਔਰ A ਤੋਂ ਆਰਕ ਬਣਦੀ ਹੈ ਔਰ W ਤੋਂ ਵੈਲਡਿੰਗ। ਇਸੇ ਪ੍ਰਕਾਰ ਸਾਨੂੰ ਇਸ ਵੈਲਡਿੰਗ ਨੂੰ ਹਮੇਸ਼ਾ ਲਈ ਯਾਦ ਰੱਖਣਾ ਹੈ ਕਿ GTAW ਦਾ ਕੀ ਅਰਥ ਨੇ। ਅਗਲੀ ਸਲਾਈਡ ਦੇ ਉੱਤੇ ਅਸੀਂ ਇਸ ਦੇ ਹੋਰ GTAW ਜਿਹੜਾ ਹੈਗਾ ਇਹਦਾ ਮਾਡਰਨ ਨੇਮ ਹੈ, ਜਦ ਕਿ ਇਸ ਤੋਂ ਪਹਿਲਾਂ GTAW ਨੂੰ ਟਿਗ ਵੈਲਡਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਟਿਗ ਵੈਲਡਿੰਗ ਤੋਂ ਟੰਗਸਟਨ ਇਨਰਟ ਗੈਸ ਵੈਲਡਿੰਗ, ਔਰ ਇਸ ਵਿੱਚ T ਤੋਂ ਟੰਗਸਟਨ, I ਤੋਂ ਇਨਰਟ ਗੈਸ ਜਿਵੇਂ ਆਰਗਨ ਅਤੇ ਹੀਲੀਅਮ ਅਤੇ ਗੈਸ ਵੈਲਡਿੰਗ ਦੇ ਨਾਮ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਨੂੰ ਅਸੀਂ ਇੰਡਸਟਰੀ ਲੈਵਲ ਦੇ ਉੱਤੇ ਮੋਸਟਲੀ ਇਹਦੇ ਵਿੱਚ ਆਰਗਨ ਗੈਸ ਯੂਜ਼ ਹੁੰਦੀ ਹੈ ਤੇ ਇਸ ਨੂੰ ਆਰਗਨ ਵੈਲਡਿੰਗ ਔਰ ਸਟੀਨ ਵੈਲਡਿੰਗ ਦੇ ਨਾਮ ਨਾਲ ਵੀ ਜਾਣਦੇ ਹਾਂ। ਹੁਣ ਇਸ ਦੀ ਅਸੀਂ ਬਹੁਤ ਹੀ ਵਧੀਆ ਸਲਾਈਡ ਤੇ ਆਏ ਹਾਂ, ਜੋ ਕਿ ਸਲਾਈਡ ਇਸ ਦੀ ਸਲਾਈਡ ਹੈ ਕਿ ਜਿਸ ਤੋਂ ਸਾਨੂੰ ਪਤਾ ਲੱਗਣਾ ਹੈ ਕਿ ਇਹਦੀ ਵਰਕਿੰਗ ਪ੍ਰਿੰਸੀਪਲ ਕੀ ਹੈ। ਮੋਸਟਲੀ ਇਹਦੇ ਵਿੱਚ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਐਕਚੁਅਲੀ ਆਪਾਂ ਇੱਕ ਵਾਰ ਇਸ ਵੈਲਡਿੰਗ ਨੂੰ ਸਮਝ ਲਈਏ ਕਿ ਇਹ ਵਰਕਿੰਗ ਪ੍ਰਿੰਸੀਪਲ ਕੀ ਹੈ ਤੇ ਮੋਸਟਲੀ ਸਾਨੂੰ ਇਹ ਇਸ ਤਰ੍ਹਾਂ ਯਾਦ ਹੋ ਜਾਂਦੀ ਹੈ ਕਿ ਦੁਬਾਰਾ ਕਦੀ ਭੁੱਲਦੀ ਨਹੀਂ ਗਈ। ਸਭ ਤੋਂ ਪਹਿਲੀ ਗੱਲ ਹੈ ਕਿ ਇਹਦੇ ਵਿੱਚ ਇੱਕ ਟੰਗਸਟਨ ਮੈਟਲ ਦਾ ਇਲੈਕਟ੍ਰੋਡ ਯੂਜ਼ ਕੀਤਾ ਜਾਂਦਾ ਹੈ ਜਿਹਦਾ ਮੈਲਟੀ ਪੁਆਇੰਟ 3800 ਡਿਗਰੀ ਤੱਕ ਹੁੰਦਾ ਹੈ। ਉਹ ਟੰਗਸਟਨ ਇਲੈਕਟ੍ਰੋਡ ਜੋ ਹੈ ਉਹ ਮੈਟਲ ਦੇ ਨਾਲ ਆਰਕ ਬਣਾਉਂਦਾ ਹੈ। ਉਹ ਜੋ ਆਰਕ ਬਣਦੀ ਹੈ ਉਹ ਇੱਕ ਸ਼ੀਲਡ ਗੈਸ ਦੇ ਨਾਲ ਕਵਰ ਕੀਤੀ ਜਾਂਦੀ ਹੈ ਕਿ ਤਾਂ ਕਿ ਜੋ ਐਟਮੋਸਫੀਅਰ ਦੇ ਵਿੱਚ ਜਿਹੜੀਆਂ ਨਾਈਟ੍ਰੋਜਨ ਅਤੇ ਆਕਸੀਜਨ ਗੈਸੇਜ ਆ ਉਹ ਵੈਲਡ ਵਾਲੀ ਜਿੱਥੇ ਵੈਲਡ ਹੋ ਰਿਹਾ, ਜਿੱਥੇ ਮੋਲਟਨ ਪੂਲ ਬਣਿਆ ਹੋਇਆ ਆ, ਉੱਥੇ ਨਾ ਆ ਕੇ ਉੱਥੇ ਉਸ ਜੋ ਫਿਊਜ਼ਨ ਜ਼ੋਨ ਹੈ ਉਸ ਨੂੰ ਆਕਸੀਡਾਈਜ਼ ਅਤੇ ਕੰਟੈਮੀਨੇਸ਼ਨ ਹੋਣ ਤੋਂ ਰੋਕਦੀ ਹੈ। ਆਕਸੀਡਾਈਜ਼ੇਸ਼ਨ ਮਤਲਬ ਕਿ ਉਸ ਦਾ ਭੁਰਭੁਰਾ ਹੋ ਜਾਣਾ, ਮਤਲਬ ਕਿ ਮੈਟਲ ਦਾ ਜਲ ਜਾਣਾ। ਉਹ ਕੰਟੈਮੀਨੇਸ਼ਨ ਮਤਲਬ ਕਿ ਉਹਦੇ ਵਿੱਚ ਜੋ ਵੀ ਅਦਰ ਪਾਰਟ ਜਿਹੜੇ ਆ ਉਸ ਵਿੱਚ ਨਾ ਆ ਕੇ ਮਿਲਣ, ਉਸ ਦਾ ਕਵਰ ਦਾ ਕੰਮ ਕਰਦੀ ਹੈ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਫਿਲਰ ਰੋਡ ਯੂਜ਼ ਕਰਦੇ ਹਾਂ। ਉਹ ਐਜ਼ ਪਰ ਸਾਡੇ ਵੈਲਡਿੰਗ ਜੁਆਇੰਟ ਦੇ ਅਕੋਰਡਿੰਗ ਐਜ ਜਿਵੇਂ ਸਾਨੂੰ ਫਿਲਰ ਰੋਡ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਅਕੋਰਡਿੰਗ ਅਸੀਂ ਫਿਲਰ ਰੋਡ ਦੀ ਯੂਜ਼ ਕਰਦੇ ਹਾਂ। ਔਰ ਫਿਲਰ ਰੋਡ ਜੋ ਮੋਸਟਲੀ ਜੋ ਹੈ ਜਿਸ ਵੈਲਡਿੰਗ ਨੂੰ ਅਸੀਂ ਵੈਲਡ ਕਰਨ ਜਾ ਰਹੇ ਹਾਂ ਬੇਸ ਮੈਟਲ, ਉਸ ਦੇ ਅਕੋਰਡਿੰਗ ਹੀ ਬੇਸ ਮੈਟਲ ਦੇ ਅਕੋਰਡਿੰਗ ਹੀ ਅਸੀਂ ਫਿਲਰ ਰੋਡ ਦੀ ਸਿਲੈਕਸ਼ਨ ਕਰਦੇ ਹਾਂ। ਔਰ ਫਿਲਰ ਰੋਡ ਜਿਹੜੀ ਹੈਗੀ ਅਸੀਂ ਦੋ ਪ੍ਰਕਾਰ ਮੈਨੂਅਲੀ ਅਤੇ ਆਟੋਮੈਟਿਕ ਦੋਨੋਂ ਤਰ੍ਹਾਂ ਅਸੀਂ ਫੀਡ ਕਰਦੇ ਹਾਂ।
और इसलिए फिलर रोड जो ਅਸੀਂ ਇਹਨੂੰ ਫੀਡ ਕਰਦੇ ਆ ਉਸ ਲਈ ਇੱਕ ਮੋਲਟਨ ਪੂਲ ਜਿਹੜਾ ਸਾਡਾ ਵੈਲਡਿੰਗ ਪੂਲ ਮੋਲਟਨ ਪੂਲ ਬਣਦਾ ਹੈ ਉਸ ਦੀ ਲੀਡਿੰਗ ਐਜ ਦੇ ਉੱਤੇ ਅਸੀਂ ਫਿਲਰ ਰੋਡ ਨੂੰ ਰੱਖਦੇ ਆ ਉਸ ਤੋਂ ਸਾਡਾ ਲੀਡਿੰਗ ਐਜ ਦੇ ਉੱਤੇ ਟਾਰਚ ਔਰ ਫਿਲਰ ਰੋਡ ਦਾ ਜੋ ਆਪਸ ਦੇ ਵਿੱਚ ਕੰਬੀਨੇਸ਼ਨ ਬਣਦਾ ਹੈ ਔਰ ਅਸੀਂ ਆਪਣੇ ਟਾਰਚ ਨੂੰ ਸੈਮੀ ਸਰਕੂਲਰ ਮੋਸ਼ਨ ਦਿੰਦੇ ਹੋਏ ਆਪਣੀ ਵੈਲਡਿੰਗ ਕੰਪਲੀਟ ਕਰ ਪਾਉਂਦੇ ਆ। ਹੁਣ ਅਸੀਂ ਇਸ ਵੈਲਡਿੰਗ ਦੇ ਜੋ ਸਾਰੇ ਇਕਵਿਪਮੈਂਟਸ ਨੇ ਉਹਨਾਂ ਦੇ ਬਾਰੇ ਇੱਕ ਵਾਰੀ ਜਾਣਕਾਰੀ ਲੈ ਲਈਏ। ਜਿਵੇਂ ਕਿ ਜੇ ਹਰੇ ਕਲਰ ਦਾ ਜੋ ਇੱਕ ਆਰਗਨ ਸਿਲੰਡਰ ਹੈ, ਇਹ ਗੈਸ ਸਿਲੰਡਰ ਹੈ ਔਰ ਉਸ ਦੇ ਨਾਲ ਇੱਕ ਰੈਗੂਲੇਟਰ ਲੱਗਿਆ ਹੋਇਆ, ਰੈਗੂਲੇਟਰ ਦੇ ਨਾਲ ਫਲੋ ਮੀਟਰ ਲੱਗਿਆ ਹੋਇਆ ਔਰ ਇੱਕ ਰੈਗੂਲੇਟਰ ਦੀ ਨੋਬ ਹੁੰਦੀ ਹੈ ਜਿਸ ਨਾਲ ਅਸੀਂ ਆਪਣਾ ਫਲੋ ਜੋ ਰੈਗੂਲੇਟ ਕਰਦੇ ਹਾਂ। ਇੱਕ ਵੈਲਡਿੰਗ ਸੈੱਟ ਹੈ, ਵੈਲਡਿੰਗ ਸੈੱਟ ਦੇ ਉੱਤੇ ਇੱਕ ਡਿਜੀਟਲ ਸਕਰੀਨ ਲੱਗੀ ਹੁੰਦੀ ਆ, ਇੱਕ ਨੋਬ ਲੱਗੀ ਹੁੰਦੀ ਆ ਜਿਸ ਤੋਂ ਅਸੀਂ AC ਔਰ DC ਕਰੰਟ ਸੈੱਟ ਕਰਦੇ ਹਾਂ। ਜਿਵੇਂ ਕਿ ਇੱਦਾਂ ਪੂਰੀ ਲਿਸਟ ਬਣੀ ਹੋਈ ਹੈ ਜਿਵੇਂ ਵਿੱਚ ਅਸੀਂ ਟੋਰਚ, ਪਾਵਰ ਸੋਰਸ, AC ਬੈਲੈਂਸ ਕੰਟਰੋਲ, ਮੋਡ ਸਵਿਚ, ਡਿਜੀਟਲ ਅੰਪੀਅਰ, ਆउटपुट कंट्रोल, सिलेंडर, फ्लो सिस्टम, फ्लो रोटामीटर, फ्लो कंट्रोल वाल, रेगुलेटर, पोस्ट फ्लो टाइमर, प्लस फ्रिक्वेंसी कंट्रोल, पोलैरिटी का स्विच, आउटपुट कनैक्टर, रिमोट पैडल, अर्थ क्लैंप ਅਤੇ ਰਿਮੋਟ ਰਿਸੈਪਟੇਬਲ ਇਹ ਸਾਰੇ ਜਿਹੜੇ ਇਕਵਿਪਮੈਂਟ ਹੈਗੇ ਆ ਉਹ ਅਸੀਂ ਇਹਦੇ ਨਾਲ ਯੂਜ਼ ਕਰਦੇ ਹਾਂ। ਇਹਦੇ ਸਾਨੂੰ ਜ਼ਰੂਰਤ ਪੈਂਦੀ ਹੈ, ਇਹਦੇ ਨਾਲ ਆਪਾਂ ਵਰਤਦੇ ਹਾਂ। ਹੁਣ ਅਸੀਂ ਇਹਦੇ ਜੋ ਇਸ ਵੈਲਡਿੰਗ ਸਿਸਟਮ ਦੇ ਜੋ ਸਾਰੇ ਪਾਰਟ ਹੈ ਉਹਨਾਂ ਨੂੰ ਇੱਕ ਵਾਰੀ ਅਸੀਂ ਦੇਖ ਲਿਆ ਹੈ ਕਿ ਇੰਨੇ ਸਾਰੇ ਪਾਰਟ ਯੂਜ਼ ਹੁੰਦੇ ਆ। ਹੁਣ ਅਸੀਂ ਜੋ ਮੋਸਟ ਕਾਮਨਲੀ ਪਾਰਟ ਯੂਜ਼ ਹੁੰਦੇ ਆ ਉਹਨਾਂ ਦੇ ਬਾਰੇ ਇੱਕ ਵਾਰੀ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਆ ਜਾਂਦੀ ਟੋਰਚ। ਟੋਰਚ ਟਿਗ ਵੈਲਡਿੰਗ ਦੇ ਵਿੱਚ ਬੜੀ ਖਾਸ ਮਹੱਤਵਪੂਰਨ ਪਾਰਟ ਹੈ। ਇਹ ਟੋਰਚ ਜੋ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਟੰਗਸਟਨ ਇਲੈਕਟ੍ਰੋਡ ਨੂੰ ਕਰੰਟ ਪ੍ਰੋਵਾਈਡ ਕਰਦੀ ਹੈ, ਪਲੱਸ ਇੱਕ ਸ਼ੀਲਡਿੰਗ ਗੈਸ ਫੀਡ ਕਰਦੀ ਹੈ, ਪਲੱਸ ਟੋਰਚ ਕੰਟਰੋਲ ਜਿਹੜਾ ਔਨ ਆਫ ਬਟਨ ਕਰਦੀ ਹੈ ਔਰ ਪਲੱਸ ਟੋਰਚ ਜਿਹੜੀ ਹੈਗੀ ਹੈ ਸਾਡੀ ਕਿ ਆਪਣੀ ਜਿਹੜੀ ਗੈਸ ਦਾ ਫਲੋ ਨੂੰ ਸੈੱਟ ਕਰਦੀ ਹੈ। ਹੁਣ ਸਾਡੇ ਟੋਰਚ ਦੇ ਮੇਨ ਜੋ ਪਾਰਟ ਹੁੰਦੇ ਸਭ ਤੋਂ ਪਹਿਲਾਂ ਟੰਗਸਟਨ ਇਲੈਕਟ੍ਰੋਡ। ਟੰਗਸਟਨ ਇਲੈਕਟ੍ਰੋਡ ਇੱਕ ਪੈਨ ਦੇ ਰੀਫਲ ਦੇ ਵਾਂਗ ਇਹਦੇ ਵਿੱਚ ਟੰਗਸਟਨ ਇਲੈਕਟ੍ਰੋਡ ਪਾਇਆ ਹੁੰਦਾ ਹੈ। ਜਿਵੇਂ ਜਿਵੇਂ ਇਹ ਕੰਜ਼ਿਊਮ ਹੁੰਦਾ ਹੈ ਉਵੇਂ ਉਵੇਂ ਅਸੀਂ ਇਹਦੀ ਟੋਰਚ ਦੀ ਸੈਟਿੰਗ ਦੇ ਅਕੋਰਡਿੰਗ ਇਸ ਨੂੰ ਆਪਾਂ ਐਡਜਸਟ ਕਰਦੇ ਦਿੰਦੇ ਹਾਂ। ਅਗਲਾ ਪਾਰਟ ਹੈ ਨੋਜ਼ਲ। ਨੋਜ਼ਲ ਜੋ ਮੋਸਟਲੀ ਦੋ ਮਟੀਰੀਅਲ ਦਾ ਬਣੇ ਹੁੰਦੇ ਆ, ਸੈਰਾਮਿਕ ਐਂਡ ਮੈਟਲਸ। ਨੋਜ਼ਲ ਦਾ ਮੇਨ ਨੋਜ਼ਲ ਦੇ ਅੱਗੇ ਜੋ ਹੋਲੋ ਪਾਰਟ ਹੈ ਉਹ ਨੋਜ਼ਲ ਦਾ ਮੇਨ ਪਾਰਟ ਕੰਮ ਇਹ ਹੁੰਦਾ ਹੈ ਕਿ ਜੋ ਸਾਡੀ ਸ਼ੀਲਡਿੰਗ ਗੈਸ ਜੋ ਅਸੀਂ ਸ਼ੀਲਡਿੰਗ ਗੈਸ ਵਰਤਦੇ ਹਾਂ ਵੈਲਡਿੰਗ ਦੇ ਵਿੱਚ, ਉਹ ਜੋ ਸ਼ੀਲਡਿੰਗ ਗੈਸ ਆ ਉਸ ਨੂੰ ਆਪਣੇ ਵੈਲਡਿੰਗ ਜ਼ੋਨ ਦੇ ਉੱਤੇ ਫੈਡ ਕਰਨਾ, ਬਲਕਿ ਜੋਲਡਿੰਗ ਵੈਲਡਿੰਗ ਜੁਆਇੰਟ ਦੇ ਉੱਤੇ ਜੋ ਇੱਕ ਸ਼ੀਲਡ ਕ੍ਰੀਏਟ ਕਰਦੀ ਹੈ ਨੋਜ਼ਲ। ਔਰ ਇਸ ਨੋਜ਼ਲ ਦੇ ਅਕੋਰਡਿੰਗ ਸਾਨੂੰ ਜੋ ਰਿਕੁਆਇਰ ਫਲੋ, ਜਦੋਂ ਕਿ ਸਾਡੀ ਵੈਲਡਿੰਗ ਦੀ ਥਿਕਨੈਸ ਮਟੀਰੀਅਲ ਦੀ ਥਿਕਨੈਸ ਦੇ ਅਕੋਰਡਿੰਗ ਸਾਡੀ ਨੋਜ਼ਲ ਦੀ ਆਪਾਂ ਵਰਤਦੇ ਹਾਂ। ਛੋਟੀ ਵੱਡੀ ਨੋਜ਼ਲ ਜੋ ਇਸ ਦੇ ਨੰਬਰ ਹੁੰਦੇ ਆ 1 2 3 ਨੋਜ਼ਲ, ਉਸ ਦੇ ਅਕੋਰਡਿੰਗ ਹੀ ਅਸੀਂ ਇਸ ਦੀ ਐਡਜਸਟਮੈਂਟ ਕਰਦੇ ਹਾਂ। ਇੱਕ ਇਹ ਪਾਰਟ ਹੈ ਆਪਣਾ ਪੂਰਾ ਬੋਡੀ ਹੈ ਇੱਕ ਟੋਰਚ ਦੀ ਔਰ ਇਸ ਦੇ ਪਿੱਛੇ ਕੈਪ ਹੈ ਜੋ ਇੱਕ ਰਿਮੂਵੇਬਲ ਕੈਪ ਹੁੰਦਾ ਹੈ ਔਰ ਜਿਸ ਦੇ ਵਿੱਚ ਇੱਕ ਟੰਗਸਟਨ ਇਲੈਕਟ੍ਰੋਡ ਖਾਲੀ ਵਿੱਚ ਇਹਦੇ ਪਿੱਛੇ ਇੱਕ ਪੈਨ ਦੇ ਵਿੱਚ ਰੀਫਲ ਹੁੰਦਾ ਹੈ, ਉਸੇ ਤਰ੍ਹਾਂ ਇੱਕ ਕੈਪ ਹੁੰਦਾ ਜਿਹਦੇ ਵਿੱਚ ਇੱਕ ਲੰਬਾ ਸਾਰਾ ਟੰਗਸਟਨ ਇਲੈਕਟ੍ਰੋਡ ਇਹਦੇ ਵਿੱਚ ਫਿੱਟ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਬਟਨ ਹੈ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਟਾਈਪ ਆਫ ਟੋਰਚ। ਇਹ ਟੋਰਚ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ? ਮੋਸਟਲੀ ਟੋਰਚ ਜਿਹੜੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ, ਇੱਕ ਏਅਰ ਕੂਲ ਟੋਰਚ, ਦੂਜੀ ਵਾਟਰ ਕੂਲ ਟੋਰਚ। ਇਸ ਤੋਂ ਇਲਾਵਾ ਜੋ ਵੀ ਕੰਪਨੀ ਇਹਨੂੰ ਟੋਰਚ ਬਣਾਉਂਦੀ ਆ ਉਹ ਕੰਪਨੀ ਆਪਣੇ ਨਾਮ ਦੇ ਆਪਣੇ ਅਕੋਰਡਿੰਗ ਵੀ ਇਸ ਦੇ ਕਈ ਟਾਈਪ ਬਣਾ ਦਿੰਦੇ ਆ ਔਰ ਉਸ ਤੋਂ ਬਾਅਦ ਕਰੰਟ ਦੇ ਅਕੋਰਡਿੰਗ ਵੀ 200 ਐਂਪੀਅਰ ਕਰੰਟ ਦੀ ਆ, 400 ਐਂਪੀਅਰ ਕਰੰਟ ਦੀ ਆ ਔਰ 500 ਐਂਪੀਅਰ ਕਰੰਟ ਦੇ ਅਕੋਰਡਿੰਗ ਵੀ ਇਸ ਟੋਰਚ ਦੇ ਜਿਹੜੇ ਅਲੱਗ-ਅਲੱਗ ਸਾਈਜ਼ ਮਾਰਕੀਟ ਦੇ ਵਿੱਚ ਅਵੇਲੇਬਲ ਹੈ, ਉਸੇ ਪ੍ਰਕਾਰ ਅਸੀਂ ਇਸ ਨੂੰ ਸਪੈਸੀਫਾਈ ਕਰ ਲੈਂਦੇ ਹਾਂ। ਟੋਰਚ ਦੇ ਇੱਕ ਵਾਰੀ ਦੁਬਾਰਾ ਜੋ ਟੋਰਚ ਦੇ ਫੰਕਸ਼ਨ ਮੈਂ ਦੱਸ ਰਿਹਾ ਹੈਗਾ ਕਿ ਹੋਲਡ। ਟੋਰਚ ਦਾ ਸਭ ਤੋਂ ਪਹਿਲਾ ਕੰਮ ਹੈਗਾ ਕਿ ਉਹ ਟੰਗਸਟਨ ਇਲੈਕਟ੍ਰੋਡ ਜਿਸ ਨੂੰ ਹੋਲਡ ਕਰਕੇ ਰੱਖਦੀ ਹੈ। ਦੂਸਰੇ ਨੰਬਰ ਦੇ ਉੱਤੇ ਉਸ ਆਪਣੀ ਜੋ ਵੈਲਡਿੰਗ ਕਰੰਟ ਹੈ ਉਸ ਟੰਗਸਟਨ ਰੋਡ ਨੂੰ ਪ੍ਰੋਵਾਈਡ ਕਰਦੀ ਹੈ। ਉਸ ਤੋਂ ਬਾਅਦ ਉਹਦਾ ਆ ਗਿਆ ਸ਼ੀਲਡਿੰਗ ਗੈਸ, ਜੋ ਗੈਸ ਜੋ ਕਿ ਫਲਕਸ ਦਾ ਕੰਮ ਕਰ ਰਹੀ ਹੈ ਉਸ ਦਾ ਫਲੋ ਨੂੰ ਕੰਟਰੋਲ ਕਰਦੀ ਹੈ ਅਤੇ ਉਹ ਵੈਲਡਿੰਗ ਜ਼ੋਨ ਦੇ ਉੱਤੇ ਉਸ ਨੂੰ ਪ੍ਰੋਵਾਈਡ ਕਰਵਾਉਂਦੀ ਹੈ। ਉਸ ਤੋਂ ਬਾਅਦ ਟੋਰਚ ਦੇ ਵਿੱਚ ਇੱਕ ਔਨ ਆਫ ਦਾ ਬਟਨ ਹੁੰਦਾ ਹੈ ਜੋ ਕਿ ਟੋਰਚ ਸਾਡੀ ਚਾਲੂ ਅਤੇ ਬੰਦ ਹੁੰਦੀ ਇਸ ਦੇ ਅਕੋਰਡਿੰਗ। ਉਸ ਤੋਂ ਬਾਅਦ ਆਪਣਾ ਗੈਸ ਫਲੋ ਦਾ ਸਵਿਚ ਹੁੰਦਾ ਹੈ ਜਿਸ ਨਾਲ ਸਾਡੀ ਸ਼ੀਲਡਿੰਗ ਗੈਸ ਦਾ ਫਲੋ ਘੱਟ ਜਾਂ ਜ਼ਿਆਦਾ ਕਰਨਾ ਹੈ। ਔਰ ਉਸ ਤੋਂ ਬਾਅਦ ਵਾਟਰ ਕੂਲ, ਜਿਵੇਂ ਟੋਰਚ ਹੈਗੀ ਹੈ ਉਹਦੇ ਵਿੱਚ ਵਾਟਰ ਵੀ ਫਲੋ ਕਰਦੀ ਹੈ, ਉਹਦੇ ਵਿੱਚ ਵਾਟਰ ਸਰਕੂਲੇਸ਼ਨ ਦਾ ਕੰਮ ਵੀ ਟੋਰਚ ਕਰਦੀ ਹੈ।
ਇਹ ਸਾਡੀ ਆਪਣੀ ਟਾਰਚ ਹੈਗੀ ਆ। ਟਾਰਚ ਦੇ ਸਾਰੇ ਪਾਰਟਸ ਲਿਖੇ ਹੋਏ ਨੇ, ਜਿਵੇਂ ਇੱਕ ਬੋਡੀ ਹੈ, ਬੋਡੀ ਤੋਂ ਬਾਅਦ ਇੱਕ ਆਪਣੀ ਇਨਸਰਟ ਬੈਕ, ਵਾਸ਼ਰ ਨੇ, ਇਹ ਉਸ ਦਾ ਕੈਪ ਹੈ। ਉਸ ਤੋਂ ਬਾਅਦ ਇਹ ਰਿੰਗ ਨੇ ਅੱਗੇ, ਜਿਹਨੂੰ ਗੈਸ ਕਿਟ ਦੇ ਤੌਰ ਤੇ, ਜਿਹਦੇ ਵਿੱਚ ਸਾਡੀ ਗੈਸ ਔਰ ਸਾਡਾ ਜਿਹੜੇ ਪਾਰਟਸ ਹੈ ਆਪਸ ਦੇ ਵਿੱਚ ਲੀਕ ਨਾ ਕਰਨ। ਹੁਣ ਮੇਨ ਪਾਰਟ ਟੰਗਸਟਨ ਇਲੈਕਟ੍ਰੋਡ ਤੋਂ ਬਾਅਦ ਵਿੱਚ ਇੱਕ ਕੋਲਟ, ਇਹ ਪਾਰਟ ਜੋ ਹੈਗਾ ਕੋਲਟ ਹੈ, ਇਹ ਬੜਾ ਇੰਪੋਰਟੈਂਟ ਪਾਰਟ ਹੈ। ਇਸ ਪਾਰਟ ਦੀ ਬੜੀ ਮੇਨ ਖਾਸੀਅਤ ਹੈ ਕਿ ਇਹ ਟੰਗਸਟਨ ਇਲੈਕਟ੍ਰੋਡ ਦੇ ਸਾਈਜ਼ ਦੇ ਅਕੋਰਡਿੰਗ ਇਹ ਕੋਲਟ ਸਾਨੂੰ ਟਾਰਚ ਵਿੱਚ ਚੇਂਜ ਕਰਨਾ ਪੈਂਦਾ ਹੈ। ਟਾਰਚ ਦੇ ਵਿੱਚ ਜਿਵੇਂ ਸਾਡਾ ਟੰਗਸਟਨ ਇਲੈਕਟ੍ਰੋਡ 1.2 mm ਦਾ ਹੈ, ਤੇ ਉਸੇ ਦੇ ਅਕੋਰਡਿੰਗ ਹੀ ਅਸੀਂ ਆਪਣਾ ਇਲੈਕਟ੍ਰੋਡ ਜਿਹੜਾ ਹੈਗਾ ਉਹ ਚੇਂਜ ਕਰਦੇ ਰਹਿੰਦੇ ਹਾਂ। ਉਸੇ ਅਕੋਰਡਿੰਗ ਆਪਣਾ ਕੋਲਟ ਚੇਂਜ ਹੁੰਦਾ ਹੈ, ਜੋ ਕਿ ਸਾਡਾ ਮਤਲਬ ਕਿ ਕਰੰਟ ਦਿੰਦਾ ਸਾਡੀ ਟਾਰਚ ਨੂੰ, ਪਲੱਸ ਸਾਡੇ ਇਲੈਕਟ੍ਰੋਡ ਨੂੰ ਕੈਚ ਕਰਕੇ ਰੱਖਦਾ ਹੈ। ਉਸ ਤੋਂ ਬਾਅਦ ਹੈ ਕੋਲਟ ਬੋਡੀ। ਇਹ ਕੋਲਟ ਬੋਡੀ ਵੀ ਸਾਨੂੰ ਕੋਲਟ ਦੇ ਅਕੋਰਡਿੰਗ ਚੇਂਜ ਕਰਨੀ ਪੈਂਦੀ ਹੈ। ਜਿਵੇਂ ਸਾਡਾ ਵੈਲਡਿੰਗ ਇਲੈਕਟ੍ਰੋਡ ਦਾ ਸਾਈਜ਼ ਚੇਂਜ ਹੁੰਦਾ ਹੈ, ਉਵੇਂ ਸਾਡਾ ਕੋਲਟ ਚੇਂਜ ਹੁੰਦਾ, ਉਵੇਂ ਸਾਡਾ ਕੋਲਟ ਬੋਡੀ ਚੇਂਜ ਹੁੰਦੀ ਹੈ। ਇਹ ਜਿਵੇਂ ਇਸ ਕੋਲਟ ਦੇ ਉੱਤੇ ਸਾਨੂੰ ਜੋ ਇਲੈਕਟ੍ਰੋਡ ਸਾਈਜ਼ ਹੈ ਮਤਲਬ ਕਿ ਛੋਟੇ ਸਾਈਜ਼ ਦਾ ਹੈ, ਇਸ ਤੋਂ ਬਾਅਦ ਮੀਡੀਅਮ ਸਾਈਜ਼ ਹੈ, ਉਸ ਤੋਂ ਲਾਰਜ ਸਾਈਜ਼ ਦਾ, ਉਸੇ ਪ੍ਰਕਾਰ ਇਹਨਾਂ ਦੀ ਜੋ ਬੋਡੀਜ਼ ਹੈਗੀਆਂ ਆ ਉਹ ਵੀ ਆਪਾਂ ਚੇਂਜ ਕਰਦੀਆਂ। ਇਹਨਾਂ ਦਾ ਮੇਨ ਫੰਕਸ਼ਨ ਇਹ ਹੈ, ਕੋਲਟ ਨੂੰ ਟੰਗਸਟਨ ਨੂੰ ਕੋਲਟ ਪਕੜਦਾ ਹੈ, ਔਰ ਕੋਲਟ ਨੂੰ ਕੋਲਟ ਦੀ ਬੋਡੀ ਪਕੜਦੀ ਹੈ। ਔਰ ਇਹਨਾਂ ਦਾ ਆਪਸ ਦੇ ਵਿੱਚ ਇਹ ਕੰਮ ਹੈਗਾ ਕਿ ਜੋ ਕਰੰਟ ਵੈਲਡਿੰਗ ਸੈੱਟ ਵੱਲੋਂ ਆ ਰਿਹਾ ਹੈਗਾ ਆ, ਉਹਨੂੰ ਇਨਸੂਲੇਟ ਵੀ ਕਰਦਾ ਹੈ, ਕਿ ਤਾਂ ਕਿ ਉਹ ਕਰੰਟ ਜਿਹੜਾ ਹੈਗਾ ਵੈਲਡਰ ਨੂੰ, ਜੋ ਟੈਕਨੀਸ਼ੀਅਨ ਨੂੰ ਕਰੰਟ ਤੋਂ ਵੀ ਰੋਕਦਾ ਹੈ। ਪਲੱਸ ਇਹ ਟੰਗਸਟਨ ਇਲੈਕਟ੍ਰੋਡ ਨੂੰ ਵੀ ਕੈਚ ਕਰਦਾ ਹੈ। ਟੰਗਸਟਨ ਇਲੈਕਟ੍ਰੋਡ ਦਾ ਫਲੋ ਟੰਗਸਟਨ ਇਲੈਕਟ੍ਰੋਡ ਨੂੰ ਕਰੰਟ ਵੀ ਪ੍ਰੋਵਾਈਡ ਕਰਦਾ ਹੈ। ਇਸ ਤੋਂ ਅਗਲਾ ਪਾਰਟ ਆ ਗਿਆ ਨੋਜ਼ਲਸ, ਜੋ ਮੋਸਟਲੀ ਤੁਹਾਡੇ ਸਾਹਮਣੇ ਸੈਰਾਮਿਕ ਦੀ ਨੋਜ਼ਲ ਜੋ ਸਾਨੂੰ ਦਿਖਾਈ ਦੇ ਰਹੀ ਹੈ। ਇਹ ਇੱਕ ਨੋਜ਼ਲ ਖਾਲੀ ਪਾਈਪ ਦੇ ਵਾਂਗ ਖੋਲੋ, ਇਹ ਸੈਰਾਮਿਕ ਮਟੀਰੀਅਲ ਜਾਂ ਸਟੀਲ ਦੇ ਬਣੇ ਹੁੰਦੇ ਨੇ। ਇਸ ਦਾ ਮੇਨ ਫੰਕਸ਼ਨ ਇਹ ਹੁੰਦਾ ਹੈ ਕਿ ਇੱਕ ਤਾਂ ਹਾਈ ਟੈਂਪਰੇਚਰ ਵੀਅਰ ਆਊਟ ਹੁੰਦੀ ਹੈ, ਕਿ ਇਹ ਬਹੁਤ ਘੱਟ ਟੈਂਪਰੇਚਰ ਦੇ ਹਾਈ ਟੈਂਪਰੇਚਰ ਵੀਅਰ ਕਰ ਸਕਦੀ ਹੈ। ਇਹ ਨਹੀਂ ਕਿ ਥੋੜਾ ਜਿਹਾ ਟਾਰਚ ਦਾ ਟੈਂਪਰੇਚਰ ਕੋਈ 3000 ਡਿਗਰੀ ਸੈਲਸੀਅਸ ਆਇਆ ਨਹੀਂ ਤੇ ਟਾਰਚ ਸੈਰਾਮਿਕ ਟਾਰਚ ਜਿਹੜੀ ਆ ਮੈਲਟ ਹੋ ਜਾਵੇ। ਇੱਕ ਖਾਸ ਮਟੀਰੀਅਲ ਜਿਵੇਂ ਟੈਫਲੋਨ ਤੋਂ ਬਾਅਦ ਸੈਰਾਮਿਕਸ ਦੀ ਬਣੀ ਹੁੰਦੀ ਹੈ, ਜਿਹਦਾ ਮੇਨ ਮੋਸਟਲੀ ਫੰਕਸ਼ਨ ਇਹੀ ਹੁੰਦਾ ਹੈ ਕਿ ਸਾਨੂੰ ਐਜ਼ ਪਰ ਜੁਆਇੰਟ, ਜੋ ਸਾਡਾ ਵੈਲਡਿੰਗ ਜੁਆਇੰਟ ਹੈ, ਜਿਸ ਦੇ ਅਕੋਰਡਿੰਗ ਅਸੀਂ ਟਾਰਚ ਦੇ ਜੁਆਇੰਟ ਦੇ ਅਕੋਰਡਿੰਗ ਅਸੀਂ ਨੋਜ਼ਲ ਜਿਹੜੀ ਉਹ ਸੈੱਟ ਕਰਦੇ ਹਾਂ। ਜਿਵੇਂ ਸਾਡਾ ਮੰਨ ਲਓ ਨੋਜ਼ਲ ਸਾਈਜ਼ ਵੱਧਦਾ ਹੈ, ਜਿਵੇਂ ਸਾਡਾ ਇਲੈਕਟ੍ਰੋਡ ਸਾਈਜ਼ ਵੱਧਦਾ ਹੈ, ਉਵੇਂ ਸਾਡਾ ਨੋਜ਼ਲ ਸਾਈਜ਼ ਵੱਧਦਾ ਹੈਗਾ ਇਨਕਰੀਜ਼। ਇਹ ਸਾਹਮਣੇ ਤੁਹਾਡੇ ਆ ਗਈ ਹੈ ਇੱਕ ਵਾਟਰ ਕੂਲ ਟਾਰਚ, ਜਿਹਦੇ ਵਿੱਚ ਇਹ ਜਿਹੜਾ ਯੈਲੋ ਆਪਣਾ ਔਰੰਜ ਕਲਰ ਦਾ ਜੋ ਇਹਦੇ ਵਿੱਚ ਹੈਗਾ ਹੈ, ਇਹ ਆਪਣਾ ਇਲੈਕਟ੍ਰੋਡ ਹੈ। ਔਰ ਉਸ ਤੋਂ ਬਾਅਦ ਜੋ ਬਲੂ ਕਲਰ ਦਾ ਹੈ ਇਹ ਕੋਲਟ ਹੈ, ਉਹ ਕੋਲਟ ਦੇ ਉੱਪਰ ਕੋਲਟ ਬੋਡੀ ਹੈ। ਔਰ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਇਹਦੇ ਵਿੱਚ ਵਾਟਰ ਸਰਕੂਲੇਟ ਕਰ ਰਿਹਾ। ਵਾਟਰ ਕਿਉਂ ਸਰਕੂਲੇਟ ਕਰਦੇ ਆ ਕਿ ਸਾਡੀ ਜਿਹੜੀ ਟੰਗਸਟਨ ਇਲੈਕਟ੍ਰੋਡ ਹੈ ਉਹ ਗਰਮ ਹੋ ਜਾਂਦਾ ਹੈ, ਉਹ ਗਰਮ ਹੋ ਕੇ ਉਹ ਪਿਘਲ ਦੇ ਚਾਂਸ ਬਹੁਤ ਜ਼ਿਆਦਾ ਬਣ ਜਾਂਦੇ ਆ। ਉਸ ਨੂੰ ਆਪਾਂ ਸਿਰਫ 200 ਐਂਪੀਅਰ ਤੱਕ ਹੀ 에ਅਰ ਕੂਲ ਟਾਰਚ ਚਲਾਉਂਦੇ ਆ, 200 ਐਂਪੀਅਰ ਤੋਂ ਉੱਪਰ ਅਸੀਂ ਵਾਟਰ ਕੂਲ ਟਾਰਚ ਚਲਾਉਂਦੇ ਆ। ਔਰ ਜਿਹਦੇ ਵਿੱਚ ਵਾਟਰ ਦਾ ਮੇਨ ਫੰਕਸ਼ਨ ਇਹ ਹੁੰਦਾ ਹੈ ਕਿ ਜੋ ਸਾਡਾ ਟੰਗਸਟਨ ਇਲੈਕਟ੍ਰੋਡ ਹੈ ਉਸ ਨੂੰ ਠੰਡਾ ਕਰਨਾ। ਔਰ ਇੱਕ ਯੈਲੋ ਕਲਰ ਦੀ ਗੈਸ ਵਿੱਚ ਆ ਰਹੀ ਹੈ, ਗੈਸ ਜੋ ਸ਼ੀਲਡਿੰਗ ਗੈਸ ਵੈਲਡਿੰਗ ਪੁਆਇੰਟ ਦੇ ਉੱਤੇ ਸਾਨੂੰ ਜ਼ੋਨ ਤੇ ਚਾਹੀਦੀ ਹੈ। ਔਰ ਬਾਕੀ ਜੋ ਰੋਟਰ ਦੇ ਵਿੱਚੋਂ ਦੀ ਪਾਣੀ ਗ੍ਰੀਨ ਕਲਰ ਦਾ ਸਰਕੂਲੇਟ ਹੋ ਕੇ ਬਾਹਰ ਜਾ ਰਿਹਾ ਹੈ। ਹਾਂ, ਹੁਣ ਟਾਰਚ ਤੋਂ ਅੱਗੇ ਸਾਡੀ ਟਾਰਚ ਜੋ ਹੈ ਆਪਣੀ ਵੈਲਡਿੰਗ ਮਸ਼ੀਨ ਦੇ ਨਾਲ ਫਿੱਟ ਹੁੰਦੀ ਹੈ। ਉਹ ਟਾਰਚ ਜੋ ਹੈ ਇੱਕ ਵੈਲਡਿੰਗ ਲੀਡ ਦੇ ਨਾਲ ਆਪਣੇ ਵੈਲਡਿੰਗ ਪਾਵਰ ਪੁਆਇੰਟ ਦੇ ਨਾਲ ਸਿਲੈਕਟ ਹੁੰਦੀ ਹੈ। ਉਹ ਸਾਡੇ ਦੋ ਜਿਵੇਂ ਪਾਵਰ ਔਰ ਇੱਕ ਅਰਥ ਕਰੰਟ ਹੁੰਦਾ ਹੈ, ਇੱਕ ਪਾਵਰ ਕੇਬਲ ਹੈ ਔਰ ਇੱਕ ਇਹ ਅਰਥ ਕੇਬਲ ਹੈ। ਇਹ ਕਲੈਂਪਸ ਨੇ ਜੋ ਅਲੱਗ-ਅਲੱਗ ਤਰ੍ਹਾਂ ਦੇ ਕਲੈਂਪਸ, ਔਰ ਇਹ ਕਨੈਕਟਡ ਨੇ ਜੋ ਅੱਜ ਦੀਆਂ ਮਾਡਰਨ ਮਸ਼ੀਨ ਆ ਰਹੀਆਂ ਉਹਨਾਂ ਵਿੱਚ ਇਸ ਤਰ੍ਹਾਂ ਦੇ ਕਨੈਕਟਡ ਮੇਲ ਫੀਮੇਲ ਟਾਈਪ ਦੇ ਯੂਜ਼ ਹੋ ਰਹੇ ਨੇ। ਉਹਨਾਂ ਦੇ ਅਕੋਰਡਿੰਗ ਇਹਨਾਂ ਦਾ ਸਾਨੂੰ ਫੰਕਸ਼ਨ ਔਰ ਇਹਨਾਂ ਨੂੰ ਫਿਟਿੰਗ ਕਰਨਾ ਬਹੁਤ ਜ਼ਰੂਰੀ ਹੈ। ਔਰ ਇਹਨਾਂ ਨੂੰ ਅਗਰ ਟਾਈਟ ਜਾਂ ਲੂਜ਼ ਆ ਜਾਣ ਤੇ ਉਹ ਵੈਲਡਿੰਗ ਮਸ਼ੀਨ ਤੇ ਕਾਫੀ ਨੁਕਸਾਨ ਪ੍ਰੋਵਾਈਡ ਕਰਵਾ ਦਿੰਦੇ ਨੇ। ਇਸ ਤੋਂ ਅੱਗੇ ਆ ਗਿਆ ਸਾਡਾ ਰੈਗੂਲੇਟਰ। ਹੁਣ ਸਿਲੰਡਰ ਤੋਂ ਜੋ ਸਾਨੂੰ ਗੈਸ ਜੋ ਹੈ ਸਿਲੰਡਰ ਦੇ ਵਿੱਚ ਗੈਸ 150 PSI ਪ੍ਰੈਸ਼ਰ ਜਾਂ 200 PSI ਪ੍ਰੈਸ਼ਰ ਤੱਕ ਜੋ ਸਾਡੀ ਗੈਸ ਹੁੰਦੀ ਹੈ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ। ਜਦ ਕਿ ਅਸੀਂ ਜੋ ਗੈਸ ਵੈਲਡਿੰਗ ਕਰਨੀ ਹੁੰਦੀ ਹੈ ਉਹ ਪੁਆਇੰਟ ਵਿੱਚ ਚਾਹੀਦੀ ਹੁੰਦੀ, 0.15 kg ਪ੍ਰੈਸ਼ਰ ਆਉਣ ਲਈ ਸਾਨੂੰ ਪ੍ਰੈਸ਼ਰ ਚਾਹੀਦਾ ਹੁੰਦਾ ਹੈ। ਉਹ ਅਸੀਂ ਰੈਗੂਲੇਟਰ ਦੇ ਨਾਲ ਉਸ ਦਾ ਪ੍ਰੈਸ਼ਰ ਕੰਟਰੋਲ ਕਰਦੇ ਹਾਂ। ਜਿਵੇਂ ਕਿ 200 PSI ਤੋਂ ਸਾਨੂੰ ਜੋ ਵੀ ਸਾਡੀ ਰਿਕੁਆਇਰਮੈਂਟ ਹੈਗੀ ਆ 1 PSI ਜਾਂ 0.15 PSI ਉਹ ਅਸੀਂ ਰੈਗੂਲੇਟਰ ਦੇ ਨਾਲ ਕੰਟਰੋਲ ਕਰਦੇ ਹਾਂ।
ਇਹ ਇੱਕ ਰੈਗੂਲੇਟਰ ਦੇ ਵਿੱਚ ਅਰੇਂਜਮੈਂਟ ਲੱਗਿਆ ਹੁੰਦਾ ਹੈ, ਜਿਹਦੇ ਵਿੱਚ ਇੱਕ ਸੀਟ ਹੈ ਜੋ ਕਿ ਆਪਣਾ ਇਧਰੋਂ ਗੈਸ ਆਉਂਦੀ ਹੈ ਔਰ ਇੱਥੋਂ ਦੀ ਘੁੰਮ ਕੇ ਗੈਸ ਬਾਹਰ ਚਲੇ ਜਾਂਦੀ ਹੈ। ਔਰ ਇਹਦੇ ਵਿੱਚ ਇੱਕ ਨੋਬ ਲੱਗੀ ਹੁੰਦੀ ਹੈ, ਜੇ ਨੋਬ ਜੋ ਕਿ ਡਾਇਫਰਾਮ ਦੇ ਵਾਂਗ ਉੱਪਰ ਥੱਲੇ ਉੱਡਦੀ ਹੈ। ਔਰ ਇਸ ਜੋ ਕਿ ਸਾਡਾ ਗੈਸ ਦਾ ਫਲੋ ਆ, ਜਦੋਂ ਇਹ ਗੈਪ ਘੱਟ ਹੋਏਗਾ ਤਾਂ ਗੈਸ ਘੱਟ ਫਲੋ ਕਰੇਗੀ, ਜਦੋਂ ਗੈਪ ਜ਼ਿਆਦਾ ਹੋਏਗਾ ਤਾਂ ਗੈਸ ਜ਼ਿਆਦਾ ਫਲੋ ਕਰੇਗੀ। ਇਸ ਦੇ ਅਕੋਰਡਿੰਗ ਸਾਡੀ ਜਿਹੜੀ ਟਾਰਚ ਹੈਗੀ ਆ, ਅਸੀਂ ਆਪਣੇ ਨੋਬ ਦੇ ਥਰੂ ਆਪਣਾ ਸੈੱਟ ਕਰਦੇ ਆ, ਜਿੰਨੀ ਸਾਨੂੰ ਗੈਸ ਫਲੋ ਚਾਹੀਦੀ ਹੈ ਉਸ ਦੇ ਅਕੋਰਡਿੰਗ ਇਹ ਐਡਜਸਟਮੈਂਟ ਹੁੰਦੀ ਹੈ ਔਰ ਸਾਨੂੰ ਆਪਣੀ ਗੈਸ ਪ੍ਰੋਵਾਈਡ ਹੁੰਦੀ ਹੈ। ਹਾਂ, ਹੁਣ ਜਦ ਕਿ ਅਸੀਂ ਗੱਲ ਕੀਤੀ ਪਹਿਲਾਂ ਪ੍ਰੈਸ਼ਰ ਦੀ, ਹੁਣ ਦੂਸਰੀ ਗੱਲ ਹੈਗੀ ਫਲੋ ਦੀ। ਹੁਣ ਆਪਣਾ ਰੈਗੂਲੇਟਰ ਤੋਂ ਬਾਅਦ ਇੱਕ ਫਲੋ ਮੀਟਰ ਲੱਗਾ ਹੁੰਦਾ। ਜਿਵੇਂ ਅਸੀਂ ਪ੍ਰੈਸ਼ਰ ਰਿਡਿਊਸ ਕਰਦੇ ਹਾਂ ਉਵੇਂ ਸਾਨੂੰ ਫਲੋ ਜੋ 15 ਲੀਟਰ ਪਰ ਮਿੰਟ ਚਾਹੀਦਾ ਹੁੰਦਾ ਹੈ, ਜਾਂ 10 ਲੀਟਰ ਪਰ ਮਿੰਟ ਦੇ ਕਰੀਬ ਫਲੋ ਜੋ ਵੈਲਡਿੰਗ ਦੇ ਲਈ ਚਾਹੀਦਾ ਹੁੰਦਾ ਆ, ਉਹ ਅਸੀਂ ਅੱਗੇ ਇੱਕ ਫਲੋ ਮੀਟਰ ਲੱਗਿਆ ਹੁੰਦਾ, ਉਹਦੇ ਨਾਲ ਫਲੋ ਕੰਟਰੋਲ ਕਰਦੇ ਹਾਂ। ਪ੍ਰੈਸ਼ਰ ਰੈਗੂਲੇਟਰ ਦੇ ਨਾਲ ਅਸੀਂ ਪ੍ਰੈਸ਼ਰ ਰੈਗੂਲੇਟਰ ਕੰਟਰੋਲ ਕਰਦੇ ਹਾਂ, ਫਲੋ ਮੀਟਰ ਦੇ ਨਾਲ ਸਾਨੂੰ ਅਸੀਂ ਫਲੋ ਕੰਟਰੋਲ ਕਰਦੇ ਹਾਂ। ਹੁਣ ਦੋ ਮੋਸਟਲੀ ਅਸੀਂ ਜਿਵੇਂ ਦੱਸ ਚੁੱਕੇ ਹਾਂ ਕਿ ਦੋ ਗੈਸਾਂ ਅਸੀਂ ਟਿਗ ਵੈਲਡਿੰਗ ਵਿੱਚ ਵਰਤਦੇ ਹਾਂ, ਇੱਕ ਹੈਗੀ ਆਰਗਨ ਗੈਸ ਔਰ ਦੂਸਰੀ ਹੈਗੀ ਆ ਹੀਲੀਅਮ ਗੈਸ। ਔਰ ਆਰਗਨ ਗੈਸ ਜਿਹੜੀ ਹੈਗੀ ਆ ਉਹ ਉਸ ਦਾ ਸਿਲੰਡਰ ਜਿਹੜਾ ਹੈ ਉਹ ਇਸ ਤਰ੍ਹਾਂ ਹਲਕਾ ਬਲੂ ਕਲਰ ਜਾਂ ਪੀਕੋਕ ਬਲੂ ਕਲਰ ਦਾ ਬਣਿਆ ਹੁੰਦਾ ਹੈ, ਇਸ ਪ੍ਰਕਾਰ ਸਾਨੂੰ ਮਾਰਕੀਟ 'ਚ ਪ੍ਰੋਵਾਈਡ ਹੁੰਦੇ ਨੇ। ਔਰ ਦੂਸਰੇ ਪਾਸੇ ਹੀਲੀਅਮ ਗੈਸ ਸਿਲੰਡਰ ਦਾ ਜੋ ਕਲਰ ਹੈ ਉਹ ਬਰਾਊਨ ਕਲਰ ਦਾ ਸਿਲੰਡਰ ਸਾਨੂੰ ਮਿਲਦੇ ਨੇ। ਔਰ ਇਸ ਪ੍ਰਕਾਰ ਦੇ ਸਿਲੰਡਰ ਜੋ ਸਾਡੇ ਵੈਲਡਿੰਗ ਦੇ ਵਿੱਚ ਯੂਜ਼ ਹੁੰਦੇ ਆ, ਜਿਨ੍ਹਾਂ ਦਾ ਮਤਲਬ ਕਿ ਵਿੱਚ 7 ਤੋਂ 8 ਐਮ3 ਦੇ ਕਰੀਬ ਗੈਸ ਹੁੰਦੀ ਹੈ ਤੇ 200 PSI ਪ੍ਰੈਸ਼ਰ ਦੇ ਤੱਕ ਉਹਦੇ ਵਿੱਚ ਫਿਲ ਕੀਤੀ ਗਈ ਹੁੰਦੀ ਹੈ। ਹੁਣ ਇਹ ਦੋ ਗੈਸਾਂ ਆਪਾਂ ਯੂਜ਼ ਕਰਦੇ ਹਾਂ, ਇਹਨਾਂ ਦੀ ਕੁਝ ਡੈਫੀਨੇਸ਼ਨ ਹੈ। ਜਿਵੇਂ ਸਭ ਤੋਂ ਪਹਿਲਾਂ ਆਰਗਨ ਗੈਸ। ਆਰਗਨ ਗੈਸ ਜਿਹੜੀ ਹੈਗੀ ਹੈ, ਇਹਨਾਂ ਅਸੀਂ ਜਦੋਂ ਵੈਲਡਿੰਗ ਸਟਾਰਟ ਕਰਦੇ ਹਾਂ ਬਹੁਤ ਈਜ਼ੀਲੀ ਵੈਲਡਿੰਗ ਸਟਾਰਟ ਹੋ ਜਾਂਦੀ ਹੈ, ਕੁਇਕ ਸਟਾਰਟ ਵੈਲਡਿੰਗ ਹੋ ਜਾਂਦੀ ਹੈ। ਔਰ ਵੈਲਡਿੰਗ ਦੇ ਵਿੱਚ ਸਾਨੂੰ ਬਹੁਤ ਸਫਾਈ ਮਿਲਦੀ ਹੈ ਔਰ ਆਰਕ ਬੜੀ ਸ਼ਾਂਤੀ ਨਾਲ ਬੜੀ ਸਟੇਬਲ ਮਤਲਬ ਕਿ ਆਰਕ ਚੱਲਦੀ ਹੈ, ਜਿਹੜੀ ਕਿ ਬਿਲਕੁਲ ਕੁਆਲਿਟੀ ਵੀ ਉਹਦੀ ਖੜੀ ਰਹਿੰਦੀ ਹੈ, ਕਿ ਜਦੋਂ ਵੈਲਡਰ ਨੂੰ ਵੈਲਡਿੰਗ ਕਰਨੀ ਬਹੁਤ ਆਸਾਨ ਰਹਿੰਦੀ ਹੈ। ਔਰ ਇਹਦੇ ਵਿੱਚ ਸਾਨੂੰ ਜੋ ਫਲੋ ਹੈਗਾ ਆ 15 ਲੀਟਰ ਪਰ ਮਿੰਟ ਦੇ ਕਰੀਬ ਫਲੋ ਚਾਹੀਦਾ ਹੁੰਦਾ। ਔਰ ਗੈਸ ਜਿਹੜੀ ਹੈਗੀ ਆ ਹੀਲੀਅਮ ਗੈਸ ਦੇ ਨਾਲੋਂ ਭਾਰੀ ਹੋਣ ਦੇ ਕਰਕੇ ਇਹਦੀ ਜਿਹੜੀ ਹੈ ਇਹ ਕੰਜਪਸ਼ਨ ਜੋ ਹੈ ਹੀਲੀਅਮ ਦੇ ਨਾਲੋਂ ਘੱਟ ਹੁੰਦੀ ਆ। ਦੂਸਰੇ ਨੰਬਰ ਤੇ ਹੀਲੀਅਮ ਗੈਸ ਜਿਹੜੀ ਹੈਗੀ ਆ ਉਹਦੀ ਫਾਸਟ ਟਰੈਵਲ ਸਪੀਡ ਸਾਨੂੰ ਜ਼ਰੂਰਤ ਪੈਂਦੀ ਹੈ। ਉਹਦਾ ਕਾਰਨ ਇਹ ਹੈਗਾ ਕਿ ਹੀਲੀਅਮ ਗੈਸ ਜਿਹੜੀ ਉਹ ਆਰਗਨ ਦੇ ਨਾਲੋਂ ਹਲਕੀ ਹੁੰਦੀ ਹੈ। ਔਰ ਜਿੱਥੇ ਸਾਡੀ ਵੈਲਡਿੰਗ ਹੋਣੀ ਹੁੰਦੀ ਆ, ਮਤਲਬ ਕਿ ਇੱਥੇ ਸਾਨੂੰ ਆਰਗਨ ਅਤੇ ਹੀਲੀਅਮ ਗੈਸ ਮਿਲ ਰਹੀ ਹੈ, ਅਗਰ ਬਾਈ ਦਾ ਵੇ ਇੱਥੇ ਸਾਨੂੰ ਆਰਗਨ ਗੈਸ ਆਉਂਦੀ ਹੈ ਤੇ ਉਹ ਗੈਸ ਭਾਰੀ ਹੈਗੀ ਆ, ਤੇ ਉਹ ਜਿੱਥੇ ਆਪਾਂ ਸ਼ੀਲਡ ਕਰਨੀ ਹੈ ਵੈਲਡਿੰਗ ਹੋਣੀ ਹੈ ਤੇ ਉੱਥੇ ਉਹ ਗੈਸ ਜਿਹੜੀ ਹੈਗੀ ਆ ਜ਼ਿਆਦਾ ਟਾਈਮ ਰੁਕਦੀ ਹੈ, ਜਿਹਦੇ ਨਾਲ ਉਹ ਗੈਸ ਦੀ ਕੰਜਪਸ਼ਨ ਘੱਟ ਹੁੰਦੀ ਹੈ। ਅਦਰਵਾਈਜ਼ ਉੱਥੇ ਅਗਰ ਹੀਲੀਅਮ ਗੈਸ ਅਸੀਂ ਯੂਜ਼ ਕਰਦੇ ਹਾਂ ਤੇ ਹੀਲੀਅਮ ਗੈਸ ਜਿਹੜੀ ਹੈਗੀ ਆ ਉਹ ਹਵਾ 'ਚ ਹਲਕੀ ਹੋਣ ਦੇ ਨਾਲ ਉਹਦੀ ਇੱਕ ਸਾਨੂੰ ਫੀਡ ਵੀ ਜ਼ਿਆਦਾ ਦੇਣਾ ਪੈਂਦੀ ਹੈ, ਔਰ ਡਬਲ ਫੀਡ ਦੇਣੀ ਪੈਂਦੀ ਹੈ। ਔਰ ਮਾਰਕੀਟ ਦੇ ਵਿੱਚ ਉਹ ਹੀਲੀਅਮ ਗੈਸ ਜਿਹੜੀ ਹੈਗੀ ਆ ਉਹ ਕੋਸਟਲੀ ਵੀ ਆ। ਔਰ ਇਸ ਦੇ ਨਾਲ ਮਤਲਬ ਕਿ ਇੱਕ ਡੀਪ ਪੈਨੀਟ੍ਰੇਸ਼ਨ ਮਿਲਦੀ ਹੈ, ਜਿਹਦੇ ਕਰਕੇ ਸਾਨੂੰ ਹੀਲੀਅਮ ਜਿਹੜੀ ਹੈਗੀ ਆ ਅਸੀਂ ਥਿਨ ਔਰ ਪਤਲੀਆਂ ਸ਼ੀਟਾਂ ਨੂੰ ਵੈਲਡਿੰਗ ਕਰਨ ਦੇ ਵਿੱਚ ਡਿਫਿਕਲਟੀ ਹੁੰਦੀ ਹੈ, ਔਰ ਇਹਦੀ ਆਰਕ ਸਟਾਰਟਿੰਗ ਦੇ ਵਿੱਚ ਵੀ ਜ਼ਿਆਦਾ ਦਿੱਕਤ ਆਉਂਦੀ ਹੈ, ਔਰ ਵੈਲਡਿੰਗ ਜੁਆਇੰਟ ਦੀ ਵੀ ਕਲੀਨਿੰਗ ਸਾਨੂੰ ਪ੍ਰਾਪਤ ਨਹੀਂ ਹੁੰਦੀ ਹੈ। ਇਹਦੇ ਵਿੱਚ ਵੋਲਟੇਜ ਔਰ ਕਰੰਟ ਦੇ ਐਂਪੀਅਰ ਸੈਟਿੰਗ ਦੀ ਵੀ ਬੜੀ ਦਿੱਕਤ ਆਉਂਦੀ ਹੈ, ਔਰ ਇਹਦੇ ਵਿੱਚ ਆਪਣੇ ਆਰਕ ਬਲੋਇੰਗ ਦੀ ਵੀ ਦਿੱਕਤ ਆਉਂਦੀ ਹੈ, ਔਰ ਬਾਰ-ਬਾਰ ਇਹਦੇ ਵਿੱਚ ਸਾਨੂੰ ਵਰਕ ਪੀਸ ਨੂੰ ਜਿਹੜਾ ਹੈਗਾ ਆ ਸਫਾਈ ਕਰਨੀ ਪੈਂਦੀ ਹੈ। ਇਹ ਆਪਣੇ ਹੈਗੇ ਜੀ ਫਿਲਰ ਰੋਡ। ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਟਿਗ ਵੈਲਡਿੰਗ ਜਿਹੜੀ ਹੈਗੀ ਆ ਉਹ ਦੋ ਹੱਥਾਂ ਨਾਲ ਹੁੰਦੀ ਹੈ, ਐਜ ਪਰ ਜਿਵੇਂ ਗੈਸ ਵੈਲਡਿੰਗ ਹੁੰਦੀ ਹੈ। ਉਹਦੇ ਵਿੱਚ ਇੱਕ ਸਾਈਡ ਦੇ ਉੱਤੇ ਅਸੀਂ ਆਪਣੀ ਟਾਰਚ ਚਲਾਉਂਦੇ ਹਾਂ, ਉਹ ਦੂਸਰੇ ਤੇ ਐਜ ਪਰ ਜਿਵੇਂ ਜੁਆਇੰਟ ਜਾਂ ਜਿਵੇਂ ਮਟੀਰੀਅਲ ਦੇ ਅਕੋਰਡਿੰਗ ਫਿਲਰ ਰੋਡ ਦੀ ਜ਼ਰੂਰਤ ਹੁੰਦੀ ਹੈ, ਉਹਦਾ ਅਸੀਂ ਫਿਲਰ ਰੋਡ ਦਿੰਦੇ ਹਾਂ। ਉਹ ਮੋਸਟਲੀ ਜੋ ਫਿਲਰ ਰੋਡ ਹੈਗਾ ਆ ਉਹ ਬੇਸ ਮੈਟਲ ਦਾ ਹੀ ਬਣਿਆ ਹੁੰਦਾ ਹੈ। ਔਰ ਜਿਵੇਂ ਕਿ ਇਹਦੇ ਉੱਤੇ ER 316L ਕਰਕੇ ਲਿਖਿਆ ਹੈ, 316 ਸਟੇਨਲੈਸ ਸਟੀਲ ਦਾ ਨੰਬਰ ਹੈ। ਔਰ ਇਸੇ ਪ੍ਰਕਾਰ ਜਿਵੇਂ ਸਾਡੇ ਸਟੇਨਲੈਸ ਸਟੀਲ ਦੇ ਨੰਬਰ ਹੁੰਦੇ ER 316, ER 304, ER 307, ਜਿਨ੍ਹਾਂ ਦੀ ਵੱਖ-ਵੱਖ ਪ੍ਰੋਪਰਟੀਜ਼ ਹੁੰਦੀਆਂ। ਕਿਸੇ ਵਿੱਚ ਵੀਅਰ ਪ੍ਰੋਪਰਟੀ ਹੈ, ਕਿਸੇ ਵਿੱਚ ਬ੍ਰੇਕਿੰਗ ਪ੍ਰੋਪਰਟੀ ਹੈ, ਟੈਂਸਟਾਈਲ ਪ੍ਰੋਪਰਟੀ ਹੈ, ਸ਼ੌਕ ਅਬਜ਼ੌਰਬਿੰਗ ਪ੍ਰੋਪਰਟੀ ਹੈ। ਜਿਵੇਂ ਸਾਡੇ ਮਟੀਰੀਅਲ ਦੀ ਪ੍ਰੋਪਰਟੀ ਹੁੰਦੀ ਉਵੇਂ ਇਹਨਾਂ ਦੇ ਇਲੈਕਟ੍ਰੋਡ ਦੀ ਕੋਡਿੰਗ ਹੁੰਦੀ ਆ, ਉਸੇ ਪ੍ਰਕਾਰ ਅਸੀਂ ਆਪਣੇ ਇਲੈਕਟ੍ਰੋਡ ਦੀ ਸਿਲੈਕਸ਼ਨ ਕਰਦੇ ਹਾਂ। ਅੱਗੇ ਆ ਗਿਆ ਆਪਣਾ ਟੰਗਸਟਨ ਇਲੈਕਟ੍ਰੋਡ। ਮੋਸਟਲੀ ਮਾਰਕੀਟ ਦੇ ਵਿੱਚ
ਸਾਡੇ ਕੋਲੋਂ 5 ਤਰ੍ਹਾਂ ਦੇ ਟੰਗਸਟਨ ਅਸੀਂ ਯੂਜ਼ ਕਰਦੇ ਹਾਂ। ਇੱਕ ਤਾਂ ਪੂਰਾ ਟੰਗਸਟਨ, ਜਿਵੇਂ ਕਿ 100% ਟੰਗਸਟਨ ਹੁੰਦਾ ਹੈ, ਉਹ ਅਸੀਂ ਯੂਜ਼ ਕਰਦੇ ਹਾਂ। ਔਰ ਉਸ ਤੋਂ ਬਾਅਦ ਆ ਜਾਂਦਾ ਇਹਨਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ, ਥੋੜ੍ਹਾ ਜਿਹਾ ਅਲੋਇੰਗ, मतलब कि कोई अगर अदर मैटल जी 1 to 2% ऐड करके ये अलोए तैयार कर लें। तो अगे असी जो मोस्टली 4 प्रकार के अलोए तैयार करते हैं। एक थोरियम ऑक्साइड, दूसरा जिरकोनियम ऑक्साइड, लैंथन ऑक्साइड और सैरियम ऑक्साइड। हाँ, हुण असी इत्थे आ गए हैं कि जो साडा इलैक्ट्रोड है वो असी जो वैल्डिंग करन जाने तो असी वैल्डिंग जो इलैक्ट्रोड है वो किवें सिलैक्ट करते हैं। ਉਹਦੇ ਵਾਸਤੇ ਸਾਨੂੰ ਟਾਈਪ ਆਫ ਕਰੰਟ ਦੇਖਣਾ ਪੈਂਦਾ ਹੈ। ਉਸ ਤੋਂ ਬਾਅਦ ਵਿਚ ਆਫ ਦਾ ਇਲੈਕਟ੍ਰੋਡ ਅਸੀਂ ਯੂਜ਼ ਕਰਦੇ ਹਾਂ ਉਹ ਸਾਨੂੰ ਦੇਖਣਾ ਪੈਂਦਾ। ਵਿਚ ਆਫ ਦੀ ਸ਼ੀਲਡਿੰਗ ਗੈਸ, ਅਸੀਂ ਆਰਗਨ ਗੈਸ ਯੂਜ਼ ਕਰ ਰਹੇ ਹਾਂ ਜਾਂ ਹੋਰ ਕੋਈ ਮਿਕਸਚਰ ਗੈਸ ਯੂਜ਼ ਕਰ ਰਹੇ, ਉਹਦੇ ਅਕੋਰਡਿੰਗ ਸਾਡਾ ਜਿਹੜਾ ਆ ਟੰਗਸਟਨ ਇਲੈਕਟ੍ਰੋਡ ਜਿਹੜਾ ਯੂਜ਼ ਹੁੰਦਾ। ਹੁਣ ਇਹਦੇ ਵਿੱਚ ਕੁਐਸਚਨ ਹੈ ਕਿ ਤੁਸੀਂ ਦੱਸੋ ਕਿ ਅਲਮੂਨੀਅਮ ਅਲੋਏ ਅਤੇ ਮੈਗਨੀਸ਼ੀਅਮ ਅਲੋਏ ਦੇ ਲਈ ਕਿਹੜਾ ਟੰਗਸਟਨ ਯੂਜ਼ ਕਰੋਗੇ। ਮੰਨ ਲਓ ਕਿ ਅਸੀਂ ਵੈਲਡਿੰਗ ਕਰ ਰਹੇ ਹਾਂ ਅਲਮੂਨੀਅਮ ਅਲੋਏ ਜਾਂ ਮੈਗਨੀਸ਼ੀਅਮ ਅਲੋਏ, ਉਹਦੇ ਵਾਸਤੇ ਕਿਹੜਾ ਵੈਲਡਿੰਗ ਟੰਗਸਟਨ ਯੂਜ਼ ਹੋਵੇਗਾ। ਉਹਦੇ ਵਾਸਤੇ ਸਾਨੂੰ ਦੇਖਣਾ ਪਏਗਾ ਟਾਈਪ ਆਫ ਕਰੰਟ, ਸਾਡੇ ਕੋਲ ਕਿਹੜਾ ਕਰੰਟ ਅਸੀਂ ਜਿਹੜਾ ਯੂਜ਼ ਕਰਾਂਗੇ, ਕਿਉਂਕਿ ਇਸ ਮੈਟਲ ਨੂੰ ਵੈਲਡ ਕਰਨ ਵਾਸਤੇ ਸਾਨੂੰ ਕਰੰਟ ਕਿਹੜਾ ਚਾਹੀਦਾ ਹੈ, ਔਰ ਇਸ ਮੈਟਲ ਨੂੰ ਵੈਲਡਿੰਗ ਕਰਨ ਵਾਸਤੇ ਇਲੈਕਟ੍ਰੋਡ ਕਿਹੜਾ ਚਾਹੀਦਾ, ਔਰ ਇਸ ਨੂੰ ਵੈਲਡਿੰਗ ਕਰਨ ਵਾਸਤੇ ਟਾਈਪ ਆਫ ਸ਼ੀਲਡਿੰਗ ਗੈਸ, ਅਤੇ ਕਿਹੜੀ ਸ਼ੀਲਡਿੰਗ ਗੈਸ ਜਿਹੜੀ ਹੈ ਉਹ ਅਸੀਂ ਇਸ ਨੂੰ ਵੈਲਡਿੰਗ ਕਰਨ ਵਾਸਤੇ ਯੂਜ਼ ਕਰਾਂਗੇ। ਹਾਂ, ਹੁਣ ਇਹ ਇੱਕ ਪੂਰਾ ਸਾਰ ਆਪਣੀ ਗ੍ਰਾਫ ਬਣਿਆ ਹੋਇਆ ਹੈ, ਜਿਹਦੇ ਵਿੱਚ ਤੁਸੀਂ ਟੇਬਲ ਦੇ ਵਿੱਚ ਦੇਖ ਸਕਦੇ ਆ ਕਿ ਅਲਮੂਨੀਅਮ ਅਲੋਏ ਅਤੇ ਮੈਗਨੀਸ਼ੀਅਮ ਅਲੋਏ, ਜਿਹਦੇ ਵਾਸਤੇ ਸਾਨੂੰ AC ਹਾਈ ਫ੍ਰੀਕੁਐਂਸੀ ਕਰੰਟ ਚਾਹੀਦਾ ਹੈ ਵੈਲਡਿੰਗ ਲਈ, ਔਰ ਇਹਦੇ ਵਾਸਤੇ ਅਸੀਂ ਦੋ ਇਹ ਟਾਈਪ ਦੇ ਇਲੈਕਟ੍ਰੋਡ ਯੂਜ਼ ਕਰ ਸਕਦੇ, ਜਾਂ ਤਾਂ ਪੂਅਰ ਟੰਗਸਟਨ ਇਲੈਕਟ੍ਰੋਡ ਜਾਂ ਫਿਰ ਜ਼ਰਕੋਨੀਨੇਟਡ 1% ਜ਼ਰਕੋਨੀਨੇਟਡ ਟੰਗਸਟਨ ਇਲੈਕਟ੍ਰੋਡ। ਹੁਣ ਇਹ ਜੋ ਕਲਰ ਬੜੇ ਅਲੱਗ-ਅਲੱਗ ਤਰ੍ਹਾਂ ਦੇ ਕਲਰ ਕੀਤੇ ਹੋਏ ਆ, ਇਹਨਾਂ ਦਾ ਮੇਨ ਕਾਰਨ ਇਹ ਹੈਗਾ ਕਿ ਜਿਹੜਾ ਆਪਣਾ ਟੰਗਸਟਨ ਇਲੈਕਟ੍ਰੋਡ ਹੈ, ਜਿਹੜਾ ਕਿ ਪੂਅਰ ਟੰਗਸਟਨ ਇਲੈਕਟ੍ਰੋਡ ਹੈ, ਉਹਦੇ ਟਿਪ ਦੇ ਉੱਤੇ ਇੱਕ ਕਲਰ ਕੋਡਿੰਗ ਕੀਤੀ ਹੁੰਦੀ ਹੈ, ਉਹ ਗ੍ਰੀਨ ਕਲਰ ਦੀ ਕੀਤੀ ਹੁੰਦੀ ਹੈ। ਉਹ ਆਪਣੀ ਕਲਰ ਦੀ ਕੋਡਿੰਗ ਜਿਹੜੀ ਹੈ ਉਹ ਗ੍ਰੀਨ ਕਲਰ ਦੀ ਕੀਤੀ ਹੁੰਦੀ ਹੈ। ਉਹ ਦੂਸਰੇ ਨੰਬਰ ਜਿਹੜਾ ਜ਼ਰਕੋਨੀਨੇਟਡ ਆਪਣਾ ਟੰਗਸਟਨ ਇਲੈਕਟ੍ਰੋਡ ਹੈ, ਉਹਦਾ ਕਲਰ ਬਰਾਊਨ ਕਲਰ ਹੋਏਗਾ। ਉਸ ਤੋਂ ਅਸੀਂ ਉਹਨੂੰ ਪਛਾਣ ਸਕਾਂਗੇ ਕਿ ਹਾਂ ਇਹ ਵਾਲਾ ਟੰਗਸਟਨ ਇਲੈਕਟ੍ਰੋਡ ਹੈ ਜਿਹੜਾ ਸਾਨੂੰ ਯੂਜ਼ ਕਰਨਾ ਹੈ। ਔਰ ਸ਼ੀਲਡਿੰਗ ਗੈਸ ਜਿਵੇਂ ਅਸੀਂ ਆਰਗਨ ਯੂਜ਼ ਕਰਾਂਗੇ। ਇਸੇ ਪ੍ਰਕਾਰ ਸਾਡੇ ਕਾਪਰ ਅਲੋਏ ਹੋ ਗਏ, ਜਿਵੇਂ ਆਪਣਾ ਨਿਕਲ, ਕਾਪਰ, ਨਿਕਲ, ਬਰਾਸ, ਬ੍ਰੌਂਜ਼, ਇਹਨਾਂ ਵਾਸਤੇ ਸਾਰਿਆਂ ਵਾਸਤੇ ਅਸੀਂ ਡਾਇਰੈਕਟ ਕਰੰਟ ਸਟੇਟ ਪੋਲੈਰਿਟੀ ਯੂਜ਼ ਕਰਾਂਗੇ, ਔਰ ਜੋ ਟੰਗਸਟਨ ਇਲੈਕਟ੍ਰੋਡ ਹੈ ਉਹ ਥੋਰੀਏਟਡ ਕਰਾਂਗੇ ਔਰ ਸੈਰੀਏਟਡ ਕਰਾਂਗੇ, ਉਹ ਜਿਨ੍ਹਾਂ ਦੀ ਪਰਸੈਂਟੇਜ 2% ਹੋਏਗੀ। ਇਸੇ ਪ੍ਰਕਾਰ ਮਾਈਲ ਸਟੀਲ ਔਰ ਕਾਰਬਨ ਸਟੀਲ ਅਤੇ ਅਲੋਏ ਸਟੀਲ ਵਾਸਤੇ ਅਸੀਂ ਡਾਇਰੈਕਟ ਕਰੰਟ ਸਟੇਟ ਪੋਲੈਰਿਟੀ ਯੂਜ਼ ਕਰਾਂਗੇ, ਉਹਦੇ ਵਾਸਤੇ ਅਸੀਂ ਥੋਰੀਏਟਡ ਸੈਰੀਏਟਡ ਇਲੈਕਟ੍ਰੋਡ 2% ਥੋਰੀਏਟਡ 2% ਸੈਰੀਏਟਡ ਇਲੈਕਟ੍ਰੋਡ ਜਿਹੜਾ ਯੂਜ਼ ਕਰਾਂਗੇ, ਜਿਨ੍ਹਾਂ ਦੇ ਕਲਰ ਕੋਡਿੰਗ ਰੈੱਡ ਅਤੇ ਯੈਲੋ ਹੋਵੇਗੀ। ਹਾਂ, ਉਹ ਇਹ ਹੈਗਾ ਆਪਣਾ ਟੂਲ ਹੈ, ਇਹ ਗ੍ਰਾਈਂਡਿੰਗ ਟੂਲ ਹੈ। ਇਹਦੇ ਵਿੱਚ ਇਹ ਟੰਗਸਟਨ ਇਲੈਕਟ੍ਰੋਡ ਜੋ ਜਿਵੇਂ ਕਿ ਇੱਕ ਸ਼ਾਰਪਨਰ ਦੀ ਤਰ੍ਹਾਂ ਵਰਕ ਕਰਦਾ ਹੈ, ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਜੋ ਆਪਣੇ ਜੋ ਟੰਗਸਟਨ ਇਲੈਕਟ੍ਰੋਡ ਯੂਜ਼ ਕਰਦੇ ਹਾਂ ਉਹਨਾਂ ਨੂੰ ਅਸੀਂ ਇਹਦੇ ਵਿੱਚ ਪਾ ਕੇ ਗ੍ਰਾਈਂਡ ਕਰਦੇ ਹਾਂ। ਉਹ ਉਹਨਾਂ ਦੇ ਗ੍ਰਾਈਂਡ ਕਰਕੇ ਜੋ ਸਾਨੂੰ ਉਹਨਾਂ ਦਾ ਟਿਪ ਚਾਹੀਦੀ ਹੁੰਦੀ ਹੈ ਉਹ ਅਸੀਂ ਇਸ ਟੂਲ ਦੇ ਅਕੋਰਡਿੰਗ ਪ੍ਰਾਪਤ ਕਰਦੇ ਹਾਂ। ਇਸ ਟੂਲ ਨੂੰ ਕਹਿੰਦੇ ਆ ਬਲੰਟਿੰਗ ਟੂਲ। ਅੱਗੇ ਸਾਡਾ ਆ ਗਿਆ ਪਾਵਰ ਸੋਰਸ। ਟਿਗ ਵੈਲਡਿੰਗ ਵਿੱਚ ਅਸੀਂ ਵੈਲਡਿੰਗ ਸੈੱਟ ਜੋ ਯੂਜ਼ ਕਰਦੇ ਹਾਂ ਉਹ ਕਿਸ ਪ੍ਰਕਾਰ ਦਾ ਵੈਲਡਿੰਗ ਸੈੱਟ ਹੁੰਦਾ ਹੈ ਉਹਦੇ ਬਾਰੇ ਅਸੀਂ ਅੱਗੇ ਜਾਣਕਾਰੀ ਕਰਾਂਗੇ। ਇਹ ਇੱਕ ਪੂਰੀ ਦੀ ਪੂਰੀ ਆਪਣੀ ਇਕੁਇਪਮੈਂਟ ਲਿਸਟ ਆਈ ਹੈ, ਇਹਦੇ ਵਿੱਚ ਇੱਕ ਵੈਲਡਿੰਗ ਸੈੱਟ ਹੈ, ਠੀਕ ਹੈ। ਉਹਦੇ ਵਿੱਚ ਵਾਟਰ ਕੰਟਰੋਲ ਸਿਸਟਮ ਹੈ, ਗੈਸ ਸਿਲੰਡਰ ਹੈ, ਟੋਰਚ ਆ, ਅਰਥ ਕਲੈਂਪ ਹੈ ਅਤੇ ਰਿਮੋਟ ਕੰਟਰੋਲ ਹੈ। ਅਤੇ ਹੁਣ ਅਸੀਂ ਜੋ ਅੱਗੇ ਇਸ ਸਲਾਈਡ ਦੇ ਵਿੱਚ ਇਸ ਵੈਲਡਿੰਗ ਸੈੱਟ ਦੇ ਬਾਰੇ ਜਾਣਾਂਗੇ। ਹੁਣ ਜੋ ਆਪਣਾ ਵੈਲਡਿੰਗ ਸੈੱਟ ਹੈ, ਮੰਨ ਲਓ ਕਿ ਇਹ ਵੈਲਡਿੰਗ ਸੈੱਟ ਹੈ ਜੋ ਅਸੀਂ DC ਵੈਲਡਿੰਗ ਵਾਸਤੇ ਵਰਤਦੇ ਹਾਂ, ਜਿਹੜਾ ਯੈਲੋ ਕਲਰ ਦਾ ਇਹ ਪਾਵਰ ਸੋਰਸ ਹੈ, ਵੈਲਡਿੰਗ ਸੈੱਟ ਹੈ। ਇਹ ਵੈਲਡਿੰਗ ਸੈੱਟ ਜਿਹੜਾ ਅਸੀਂ ਟਿਗ ਵੈਲਡਿੰਗ ਮਸ਼ੀਨ ਵਿੱਚ ਵਰਤਦੇ ਹਾਂ ਉਹ ਸਟੇਟ ਕਰੰਟ, ਡਾਇਰੈਕਟ ਕਰੰਟ ਸਾਨੂੰ ਪ੍ਰੋਡਿਊਸ ਕਰਦਾ, ਔਰ ਜੋ ਸਾਨੂੰ ਸਟੇਟ ਕਰੰਟ, ਡਾਇਰੈਕਟ ਕਰੰਟ ਜੋ ਪ੍ਰਾਪਤ ਹੁੰਦਾ ਹੈ ਉਹ ਸਾਨੂੰ ਰੈਕਟੀਫਾਇਰ ਵੈਲਡਿੰਗ ਸੈੱਟ ਤੋਂ ਪ੍ਰਾਪਤ ਹੁੰਦਾ ਹੈ। ਉਹ ਰੈਕਟੀਫਾਇਰ ਯੂਨਿਟ ਜੋ ਹੁੰਦਾ ਹੈ ਉਹ AC ਕਰੰਟ ਨੂੰ DC ਕਰੰਟ ਵਿੱਚ ਕਨਵਰਟ ਕਰਕੇ ਸਾਨੂੰ ਪ੍ਰਾਪਤ ਹੁੰਦਾ ਹੈ। ਔਰ ਇਸ ਜਿਵੇਂ ਆਪਾਂ ਮੋਸਟਲੀ ਇਸ ਆਰਕ ਵੈਲਡਿੰਗ ਦੇ ਵਿੱਚ ਜੋ ਹੈ AC ਵੈਲਡਿੰਗ ਸੈੱਟ ਹੀ ਯੂਜ਼ ਕਰਦੇ ਹਾਂ, ਜਦ ਕਿ ਅਸੀਂ ਜਦੋਂ ਟਿਗ ਵੈਲਡਿੰਗ ਔਰ ਮਿਗ ਵੈਲਡਿੰਗ
इन्हां वैल्डिंग के बारे वैल्डिंग करते हैं तो डायरैक्ट डीसी करंट वाले रैक्टीफायर यूनिट जिहड़े आ यूज़ किए जाते हैं। इस प्रकार सानू इस दे वास्ते रैक्टीफायर यूनिट यूज़ किया जाता है जो कि इन्वर्टर बेस भी होंदा है। इन्वर्टर बेस मतलब कि उहदे दोनों पोलैरिटियां यूज़ की जांदियां ने। हाँ हुण जो कि एक डीसी वैल्डिंग सैट होंदा है ਉਹਦੇ ਵਿੱਚ एक रैक्टीफायर यूनिट लगाया जाता है ਜਿਹਦੇ ਨਾਲ कि करंट ਜਿਹੜਾ AC करंट है कन्वर्ट करके DC करंट बना के सानू ਦਿੱਤਾ ਜਾਂਦਾ है। जो रैक्टीफायर ब्रिज सर्किट ਉਹਦੇ ਵਿੱਚ ਲੱਗਿਆ ਹੁੰਦਾ है इस तरह का ਜਿਹਦੇ ਨਾਲ सानू AC करंट ਜਿਹੜਾ है वो DC ਵਿੱਚ प्राप्त ਹੁੰਦਾ है। जिमें ये एक ट्रांसफार्मर है जो कि मोस्टली आर्क वैल्डिंग सैट ਦੇ ਵਿੱਚ एक स्टैप डाउन ट्रांसफर यूज़ किया जाता है जो कि हायर वोल्टेज में घट वोल्टेज में कन्वर्ट करके मिलता है। तो इस इत्थे तक साडा आम नॉर्मल वैल्डिंग सैट होंदा स्टैप डाउन तक। और जो असी डीसी वैल्डिंग सानू रैक्टीफायर सैट चाहिए है तो वो सानू एक आह वाला अरेंजमेंट जोड़ा है वो एक एक्सट्रा लगाने जिन्होंने कहते हैं कि रैक्टीफायर सर्किट। रैक्टीफायर सर्किट जोड़ा असी लगा के AC तो DC वैल्डिंग करंट प्राप्त करते हैं। ਉਹਦੇ ਵਿੱਚ ਇੱਕ ਆਪਾਂ ਰੈਕਟੀਫਾਇਰ ਯੂਨਿਟ ਜਾਂ ਰੈਕਟੀਫਾਇਰ ਸੈੱਲਸ ਲਗਾ ਕੇ ਜਾਂ ਇਸ ਤਰ੍ਹਾਂ ਦਾ ਇਕਵਿਪਮੈਂਟ ਲਗਾ ਕੇ ਇਲੈਕਟ੍ਰੋਨਿਕਸ ਇਕਵਿਪਮੈਂਟ ਲਗਾ ਕੇ ਜਿਹੜਾ AC ਕਰੰਟ ਹੈ ਉਹ ਤੋਂ ਅਸੀਂ ਉਹ ਉਸੇ ਜਗ੍ਹਾ ਤੇ DC ਕਰੰਟ ਪ੍ਰਾਪਤ ਕਰਦੇ ਹਾਂ। ਹੁਣ ਰਹੀ ਗੱਲਬਾਤ ਕਿ AC ਕਰੰਟ ਕੀ ਹੁੰਦਾ ਹੈ। AC ਕਰੰਟ ਜਿਹੜਾ ਹੁੰਦਾ ਉਹਦੇ ਵਿੱਚ ਫ੍ਰੀਕੁਐਂਸੀ ਆ ਚੇਂਜ ਹੁੰਦੀ ਰਹਿੰਦੀ ਹੈ। ਜਿਵੇਂ ਕਿ ਇਹ ਇੱਕ AC ਕਰੰਟ ਆ ਜਿਹੜਾ ਉੱਪਰ ਥੱਲੇ ਜਾ ਰਿਹਾ ਹੈਗਾ ਇਹ ਇੱਕ AC ਕਰੰਟ ਹੈ। और ਜਿਹਦੇ ਵਿੱਚ ਕਿ ਫ੍ਰੀਕੁਐਂਸੀ ਜਿਹੜੀ ਆ ਉਹ ਘਟਦੀ ਆ ਵੱਧਦੀ ਆ 50 ਹਰਟਜ਼ ਫ੍ਰੀਕੁਐਂਸੀ ਹੈ 60 ਹਰਟਜ਼ ਫ੍ਰੀਕੁਐਂਸੀ ਹੈ। ਉਹਦਾ ਮਤਲਬ ਹੈਗਾ ਕਿ ਕਰੰਟ ਜਿਹੜਾ ਹੈਗਾ ਉਹਦੇ ਉਸ ਇੱਕ 50 ਸੈਕਿੰਡ ਦੇ ਵਿੱਚ ਆਪਣੀ ਜਿਹੜੀ ਟੌਪ ਔਰ ਆਪਣੀ ਬੋਟਮ ਫ੍ਰੀਕੁਐਂਸੀ ਨੂੰ 50 ਵਾਰੀ ਟੱਚ ਕਰਦਾ ਹੈ। ਔਰ ਡੀਸੀ ਕਰੰਟ ਦੇ ਵਿੱਚ ਡੀਸੀ ਸਿਸਟਮ ਦੇ ਵਿੱਚ ਕੀ ਹੈਗਾ ਕਿ ਇੱਕ ਸਟੇਟ ਕਰੰਟ ਸਾਨੂੰ ਪ੍ਰਾਪਤ ਹੁੰਦਾ ਹੈ। ਉਹ ਕਿਸ ਤਰ੍ਹਾਂ ਹੁੰਦਾ ਹੈ ਉਹ ਸਾਨੂੰ ਇੱਕ ਰੈਕਟੀਫਾਇਰ ਸਿਸਟਮ ਜਾਂ ਰੈਕਟੀਫਾਇਰ ਯੂਨਿਟ ਦੇ ਥਰੂ ਪ੍ਰਾਪਤ ਹੁੰਦਾ ਹੈ। ਹੁਣ ਆਪਾਂ ਜਿਹੜਾ ਰੈਕਟੀਫਾਇਰ ਸਿਸਟਮ ਹੁੰਦਾ ਹੈ ਉਹ ਇੱਕ ਰੈਕਟੀਫਾਇਰ ਸੈੱਲ ਦਾ ਬਣਿਆ ਹੁੰਦਾ ਹੈ। ਹੁਣ ਰੈਕਟੀਫਾਇਰ ਸੈੱਲ ਕੀ ਹੁੰਦਾ ਹੈ। ਰੈਕਟੀਫਾਇਰ ਸੈੱਲ ਕੀ ਹੁੰਦਾ ਕਿ ਇੱਕ ਨਿਕਲ ਅਤੇ ਬਿਸਮਥ ਦੀ ਪਲੇਟ ਨੂੰ ਅਸੀਂ ਨਿਕਲ ਅਤੇ ਬਿਸਮਥ ਦੀ ਪਲੇਟ ਨੂੰ ਕੈਡਮੀਅਮ ਅਤੇ ਬਿਸਮਥ ਅਤੇ ਟਿਨ ਦੀ ਪਲੇਟ ਦੇ ਅੱਛਾ ਇੱਕ ਆਪਾਂ ਪਹਿਲਾਂ ਨਿਕਲ ਅਤੇ ਬਿਸਮਥ ਦੀ ਪਲੇਟ ਲੈ ਕੇ ਉਹਦੇ ਉੱਤੇ ਅਸੀਂ ਸੀਲੀਅਮ ਅਤੇ ਸਿਲੀਕਾਨ ਦੀ ਸਪਰੇਅ ਕਰਦੇ ਹਾਂ। ਇੱਕ ਹੋਰ ਮੈਟਲ ਦੀ ਸਪਰੇਅ ਕਰਕੇ ਉਸ ਤੋਂ ਬਾਅਦ ਵਿੱਚ ਅਸੀਂ ਕੈਡਮੀਅਮ ਅਤੇ ਬਿਸਮਥ ਅਤੇ ਟਿਨ ਦੀ ਇੱਕ ਪਤਲੀ ਲੇਅਰ ਲਗਾਉਂਦੇ ਹਾਂ। ਇਹ ਇੱਕ ਡਾਇਗਰਾਮ ਜੋ ਦਿਖਾਈ ਜਾ ਰਹੀ ਹੈ ਇਹਦੇ ਵਿੱਚ ਮੋਸਟਲੀ ਇਹਨੇ ਦੱਸਿਆ ਹੈਗਾ ਕਿ ਸਭ ਤੋਂ ਪਹਿਲਾਂ ਨਿਕਲ ਅਤੇ ਬਿਸਮਥ ਦੀ ਪਲੇਟ ਲਗਾਈ ਜਾਂਦੀ ਹੈ। ਉਸ ਤੋਂ ਬਾਅਦ ਉਹਦੇ ਉੱਤੇ ਆਪਾਂ ਸਪਰੇਅ ਕਰਦੇ ਹਾਂ ਸੈਲੀਅਮ ਅਤੇ ਸਿਲੀਕੋਨ ਦਾ। ਔਰ ਉਸ ਤੋਂ ਬਾਅਦ ਕੈਡਮੀਅਮ ਅਤੇ ਬਿਸਮਥ ਅਤੇ ਟਿਨ ਦੀ ਬਿਲਕੁਲ ਪਤਲੀ ਸ਼ੀਟ ਲਗਾ ਕੇ ਉਹਦੇ ਵਿੱਚੋਂ ਦੀ ਅਸੀਂ ਕਰੰਟ ਫਲੋ ਕਰਦੇ ਹਾਂ ਜੋ ਕਿ ਸਾਡਾ AC ਕਰੰਟ ਫਲੋ ਕਰਦੇ ਹਾਂ। ਤਾਂ ਇਸ ਸਰਕਟ ਦੇ ਵਿੱਚੋਂ ਜੋ ਫਲੋ ਕਰਦਾ ਹੈ ਤੇ ਸਾਨੂੰ ਉਹ ਸਟੇਟ ਕਰੰਟ ਦੇ ਵਿੱਚ ਅਨੋਡ ਕਰੰਟ ਸਾਨੂੰ ਬਿਸਮਥ ਦੀ ਪਲੇਟ ਦੇ ਅਤੇ ਔਰ ਨੈਗੇਟਿਵ ਕਰੰਟ ਕੈਥੋਡ ਕਰੰਟ ਸਾਨੂੰ ਬਿਸਮਥ ਦੀ ਪਲੇਟ ਦੇ ਉੱਤੇ ਪ੍ਰਾਪਤ ਹੋ ਜਾਂਦਾ ਹੈਗਾ। ਇਹ ਇੱਕ ਤਰ੍ਹਾਂ ਦਾ ਸਿਸਟਮ ਜਿਹੜਾ ਕਿ ਸਾਡੇ DC ਪਾਵਰ ਸੋਰਸ ਸਿਸਟਮ ਦੇ ਵਿੱਚ ਲੱਗਿਆ ਹੁੰਦਾ ਹੈ ਕਿ ਜਿਹੜਾ ਕਿ ਸਾਡਾ ਕਰੰਟ ਜਿਹੜਾ ਹੈਗਾ ਉਹ ਸਾਨੂੰ ਕਨਵਰਟ ਕਰਕੇ ਮਿਲਦਾ ਹੈ। हाँ ਹੁਣ ਇਸ ਤੋਂ ਅੱਗੇ ਗੱਲ ਆਦੀ ਹੈਗੀ ਹੈ ਪੋਲੈਰਿਟੀ ਦੀ। ਸਾਡੇ DC ਵੈਲਡਿੰਗ ਸੈੱਟ ਦੇ ਵਿੱਚ ਅਸੀਂ ਦੇਖਿਆ ਕਿ DC ਕਰੰਟ ਪ੍ਰਾਪਤ ਕਰਦੇ ਹਾਂ। ਹੁਣ ਇਸ ਤੋਂ ਅੱਗੇ ਆ ਗਿਆ ਉਸ ਦੀ टाइप ऑफ करंट मतलब कि किन्ने प्रकार का करंट प्राप्त करते हैं। जब करंट के टाइप ऑफ करंट या टाइप ऑफ पोलैरिटी सब तो पहला आ गया कि इस देख रहे हैं कि एक बिग टॉर्च है जिहदे विच एक टंगस्टन इलैक्ट्रोड लग्या होया और जिस दे नाल एक माइनस का निशान है जो कि दस रहा है कि इसनूं नैगेटिव टर्मिनल नाल जोड़िया गया। जो वैल्डिंग सैट दे विचों दो करंट निकलते हैं एक नैगेटिव एक पॉजिटिव और इसनूं नैगेटिव टर्मिनल नाल जोड़िया गया है। और जो बेस मेटल है जो वेल्डिंग होनी है उसनों पॉजिटिव टर्मिनल जोड़िया गया है और इसे ही करंट वेल्डिंग करंट किया जाता है। और इस दिशा को मतलब कि जे अगर वेल्डिंग इलैक्ट्रोड के नाल नैगेटिव करंट जोड़ते हैं और जॉब के नाल पॉजिटिव करंट जोड़ते हैं जो एक वेल्डिंग करंट की दिशा है इसनों कहते हैं स्टेट पोलैरिटी। अगर नैगेटिव करंट असी इत्थे वर्ग जॉब ना जोड़ देंगे हैं और पॉजिटिव करंट असी टंगस्टन इलैक्ट्रोड ना जोड़ देंगे हैं तो ये होगी अपनी रिवर्स पोलैरिटी जिन्हों कहते हैं कि नैगेटिव करंट रिवर्स पोलैरिटी नैगेटिव करंट। इस प्रकार ये दो प्रकार के करंट सानू DC वैल्डिंग सैट तो प्राप्त होंदे ने।
और इस तो अगे असी स्टडी करते हैं कि एसी करंट की दो करंट के बारे असी पिछले स्लाइड के क्लीयर किया। एक एसी करंट जोड़ा असी प्राप्त करते हैं, एसी करंट जोड़ा है वो मोस्टली साढ़े हाई फ्रिक्वेंसी करंट असी प्राप्त करते हैं। कि अज जो मॉडर्न के जो वेल्डिंग सैट आ रहे हैं वो ये तीनों प्रकार के करंट प्रोवाइड करते हैं। जबकि ये 1940 के करीब जो ये वेल्डिंग की डिस्कवरी हुई सी तो ये एसी करंट तो ही एसी करंट तो हाई फ्रिक्वेंसी करंट तो ही एसी वेल्डिंग की शुरुआत हुई सी। तो वो एक असी तीसरा करंट ये एसी करंट यूज़ करते हैं। हुण असी इत्थे पहुँच गए हाँ कि असी ये समझ लिया कि तीन असी वेल्डिंग सैट करंट जोड़े आ वो मतलब कि वेल्डिंग में यूज़ करते हैं। पहला करंट है डायरैक्ट करंट स्टेट पोलैरिटी, डायरैक्ट करंट रिवर्स पोलैरिटी और एसी करंट हाई फ्रिक्वेंसी। ये तीन करंट जोड़े है यूज़ होंगे आ। और इन्हों के मेन फंक्शन ये दसिया है कि जो साढ़े वेल्डिंग सैट के दो पॉजिटिव और नैगेटिव टर्मिनल जोड़े है वो उन्होंने तो ही साडा करंट बनते हैं। और जो मोस्टली यूज होने वाला है साडा स्टेट करंट स्टेट डायरैक्ट करंट स्टेट पोलैरिटी जोड़ा कि साडा कॉमनली यूज़ करते हैं और मोस्टली। और उस तो बाद असी एसी करंट हाई फ्रिक्वेंसी जो कि एलमूनीयम और मैगनीशियम और वाइट जिन्हें भी मैटल्स है उन्होंने वेल्डिंग के वास्ते असी इस करंट को यूज़ करते हाँ। हाँ इस वेल्डिंग के हम अगे आ गया कि की इंपोर्टेंस है। मान लो असी डायरैक्ट करंट हम असी डायरैक्ट करंट रिवर्स पोलैरिटी, डायरैक्ट करंट स्टेट पोलैरिटी और एसी करंट इन्हां दी की इंपोर्टेंस हैगी आ, की जरूरत हैगी आ, सानू इन्हां दी की जरूरत पई इन्हां करंटां नूं बनाउण दी, इन्हां दी की फायदे ने की नुकसान ने। सब तो पहला यह हैगा कि जो असी डायरैक्ट करंट इलैक्ट्रोनैगेटिव रखते हैं जबकि स्टेट पोलैरिटी है जो असी स्टेट पोलैरिटी रखते हैं कि जो हीट पैदा होंदी है वैल्डिंग करते समय जो हीट पैदा होंदी है वो जॉब के उत्ते 70% हीट पैदा होंदी है और इलैक्ट्रोड मतलब कि टॉर्च की तरफ 30% हीट पैदा होंदी है। जिहदे नाल की हुंदा है कि सानू डीप पैनीट्रेशन मतलब कि एक गहराई तक सानू वैल्डिंग जॉइंट जो हुंदा उहदी पैनीट्रेशन प्राप्त होंदी है। अदरवाइज असी जो असी रिवर्स पोलैरिटी करंट यूज़ करते हैं तो उहदे विच की हुंदा कि एक सानू गहराई तक वैल्डिंग प्राप्त नहीं होंदी, उहदे विच सानू एक उपर साडी वैल्डिंग होंदी है जिहदे विच पैनीट्रेशन की बहुत ज़्यादा कमी होंदी है और प्लस जिहड़ी बीड हैगी वो चौड़ी हो जाती है। सानू कि वैल्डिंग विच नैरो बीड चाहिए होंदी है और उहदे विच सानू बीड चौड़ी हो जाती है। तो ये इसकी भी कुछ एप्लीकेशन है वो किसी जिवें सॉफ्ट मैटल के उत्ते सानू ज़्यादा पैनीट्रेशन नहीं चाहिए होंदा तो उस इंप्लीकेट किया जाता है इसनूं। जबकि अदरवाइज जो साडा स्टेनलैस स्टील के लिए वैल्डिंग बनी है तो सानू जिहड़ा हैगा स्टेट पोलैरिटी करंट यूज़ करते हैं। और इस प्रकार साडा एसी करंट है जोड़ा कि साडे एलमोनीयम मैगनीशियम वैल्डिंग के लिए बनया होया। ये खासियत यह हैगी कि ये दोनों पासे वैल्डिंग करंट जो बराबर बनता है। ये जॉब की तरफ भी 50% करंट बनता है और इलैक्ट्रोड तरफ भी 50% करंट बनता है। हुण ये इस प्रकार जो इन्हां दे करंट जिहड़ा हैगा बनता है उस प्रकार साडी जिहड़ी शीट है उसनूं असीं वैल्ड कर सकते हैं। उस तरह असीं देख सकते हैं कि जो पतली शीट वैल्डिंग करनी है तो उन्होंने किस पोलैरिटी दे विच वैल्डिंग करना है, अगर मोटी शीट वैल्डिंग करनी है तो उसमें किस पोलैरिटी दे विच वैल्डिंग करना। हुण जो असीं वैल्डिंग करते हैं 3 mm तक जो असीं वैल्डिंग करते हैं स्टेट पोलैरिटी दे विच तो बहुत एक्सलेंट वैल्डिंग होंदी है। अगर असीं उस वैल्डिंग नूं रिवर्स पोलैरिटी विच करते हैं तो बीड चौड़ी हो जाती है, वैल्डिंग नहीं हो पाती और एसी वैल्डिंग दे विच वैल्डिंग हो पाती। हुण उस तो बाद फिर दोबारा इस स्लाइड दे विच जो पिछे असीं डिस्कस किया कि स्टेट पोलैरिटी और एसी करंट दे विच स्टेट पोलैरिटी दे विच सानू हायर पैनीट्रेशन प्राप्त होंदा है, एसी करंट विच मीडियम पैनीट्रेशन प्राप्त होंदा है और इस विच सानू डीप वैल्ड पूल प्राप्त होंदा है। इहदे विच सानू मीडियम डैप्थ वैल्ड पूल प्राप्त होंदा है। इहदे विच जॉब के उत्ते 70% हीट प्रोड्यूस होंदी है। इस विच जॉब जिहड़ी हैगी जॉब के उत्ते 50% हीट प्रोड्यूस होंदी है और इस दे नाल असीं जो कॉपर स्टेन मतलब कि सारिया मैटल्स असीं स्टेट पोलैरिटी नाल वैल्डिंग कर लैंदे आ। सिर्फ जिहड़ी एसी पोलैरिटी हैगी आ उस दे नाल असीं एलूमीनियम मैगनीशियम अते होर जिहड़ियां वाइट मैटल्स हैगियां ने वो असीं एसी वैल्डिंग दे नाल करदे हां। ये एक चार्ट हैगा जिहदे विच असीं सिलैक्ट करदे हां कि असीं अगर एलूमीनियम अते मैगनीशियम वैल्डिंग करना है एक दा इत्थे मतलब ये हैगा कि पहले नंबर ते असीं किहड़ा करंट रखना है मतलब कि एक मतलब कि रिकमेंडर किहड़ा है
फिर उस तो बाद जो ऑप्शन हैगा जिमें कि स्टेट पोलैरिटी अलमोनीयम और मैग्नीशियम वैल्डिंग होंदा ही नहींगा, कोई उसमें सिलेक्ट करने की जरूरत नहीं। और सैकंड ऑप्शन हैगा कि रिवर्स पोलैरिटी में उसमें असी सैकंड ऑप्शन से ट्राई कर सकते हैं। जिमें स्टेनलैस स्टील है, अगर उस कार्बन की मात्रा 0.005 तो घट आ तो वो वास्ते असी नहीं, वो कार्बन की मात्रा नहीं, अगर वो थिकनेस 0.05 mm तो घट आ तो उस असी फस्ट पोलैरिटी जो है AC करंट रखते हैं और सैकंड पोलैरिटी असी जी हैगी है इन्होंने दोनों वैल्डिंग के नाल असी करते हैं। इस प्रकार कास्ट आयरन है जिहदे असी AC के नाल नहीं वैल्ड करते, उन्होंने असी स्टेट पोलैरिटी नाल वैल्डिंग करते हैं। और अगर तुम इस फिगर के देखोगे असी रिवर्स पोलैरिटी सिर्फ जो है वो स्टेनलैस स्टील की जो पतली शीट है और अलमोनीयम और मैग्नीशियम के सैकंड ऑप्शन के यूज़ करते हैं। और उस तो बाद असी सिर्फ AC करंट और स्टेट पोलैरिटी करंट यूज़ करते हैं। अगर असी AC करंट भी यूज़ करना है तो खाली अलमोनीयम और स्टेनलैस स्टील है, अदरवाइज सारी जगह के उत्ते असी DC पोलैरिटी स्टेट करंट यूज़ करते हैं। एक थंब रूल हैगा कि मोस्टली मतलब कि एक अलमोनीयम छड्ड के अलमोनीयम मैग्नीशियम छड्ड के तुसी स्टेट पोलैरिटी वे सारियां वैल्डिंगां मैटल करनियां। अगर तुसी अलमोनीयम वैल्डिंग करना है तो रिवर्स पोलैरिटी वैल्डिंग करना है। और जो AC वैल्डिंग AC हाई फ्रिक्वेंसी तकनीक है वो सिर्फ अलमोनीयम मैग्नीशियम और स्टेनलैस स्टील दी पतलियां शीटां ही वैल्ड करनियां। हुण आपां एडवांटेज की गल करांगे कि टिग वैल्डिंग मशीन के एडवांटेज की है। टिग ये सब तो पहला एडवांटेज ये हैगा नैरो कंसनट्रेटेड बीड मिलती है जी आर्क जो प्राप्त करते हैं असी वो फ्लैक्चुएट नहीं करती, वो बिल्कुल जिमें अपनी दीवे की लाइट चलती है ना बिल्कुल एक जगह खड़ी हुई बिल्कुल हल्की हल्की एकदम हिलती हुई। इस बगैर ये भी लाइट जी हैगी आ बड़ी ही कंसनट्रेट रही है, वो बिल्कुल फ्लैक्चुएट नहीं करती जिहदे नाल सानू जो वैल्डिंग के बाद में एक्यूरेसी वैल्डिंग ज्वाइंट बहुत वधिया प्राप्त होंदा। दूसरे नंबर के उत्ते असी इस वैल्डिंग के नाल फैरस और नॉन फैरस मैटल जोड़े है दोनों वैल्डिंग कर पाते हैं। और इस वैल्डिंग के फ्लक्स जो कि आम आप आर्क वैल्डिंग के वैल्डिंग करने तो उपर एक पॉपड़ी जी जम जाती है, बाद में असी चिपिंग हैमर के रिमूव करते हैं, वो बिल्कुल भी ये फ्लक्स नहीं आती हैगी, ना ये फ्लक्स रिमूव करने की जरूरत पैंती है। दूसरे नंबर पर आ गया ये असी शील्डिंग गैस जी हैगी वो टंगस्टन इलैक्ट्रोड जी प्रोटैक्ट करती है और इस किसी प्रकार का कोई भी स्पैटर जोड़ा है वो नहीं प्रोड्यूस होंदा है और किसी प्रकार का कोई भी स्पैटर ये नहीं होंदा। और इस जिमें डिफिकल्ट मटीरियल ने साढ़े एलमोनीयम मैग्नीशियम स्टेनलैस स्टील टेंसाइल स्ट्रेंथ जिन्हों की बहुत ज़्यादा होंगी है, उन्होंने सारे मटीरियल असी इस वैल्डिंग के नाल वैल्डिंग कर पाते हैं। उस बाद आ गए डिसएडवांटेज सब तो पहला यदा जोड़ा है कि नुकसान है या जी हानि है वो ये है कि ये मतलब कि बहुत ज़्यादा महंगी है, बड़ी एक्सपेंसिव है, बड़ी कॉस्टली है कि टिग वैल्डिंग मशीन जी एक्सपेंसिव होना ये सब तो बड़ा डिसएडवांटेज है। दूसरे नंबर पर ये बाकी वैल्डिंगों के नालों ये पोर्टेबिलिटी बड़ी घट है, असी जिमें बाकी वैल्डिंग सैट किसी भी पोजीशन से किसी भी जगह पर जाके वैल्डिंग कर सकते हैं, वो बाकी वैल्डिंग के अकॉर्डिंग ये पोर्टेबिलिटी बहुत घट है। इन्हों खास करके सानू AC कैबिन के रखना पैंदा है जिहदे नाल कि इन्हां दे वैल्डिंग सैट जो सिस्टम है यूनिट है वो जोड़े है इक्विपमेंट है प्रॉपर वरते जान, इस करके इस मशीन की टेक केयर बड़ी ज़्यादा करनी पैंदी है। और जिमें कि साड़ी कभी रजिस्टर या कन्फाइन स्पेस है जिथे कि हवा और गैस मतलब कि जिते हवा घट आ या उत्थे हवा क्रॉस नहीं होंगी हैगी आ उत्थे भी असी इस वैल्डिंग को वैल्ड नहीं कर पाते। उसका रीजन ये है कि उत्थे बहुत सारिया गैस निकलती नहीं हैगी और जो असी वैल्डिंग करते हैं ये फूम जो गैस निकलती है वो नुकसानदायक है और इस करके कन्फाइन और रजिस्टर जो भी प्लेस होंगे उत्थे भी ये यूज नहीं की जाती। सो एक ये नुकसान ये है कि इसकी जो वैल्डिंग स्पीड है वो थोड़ी घट होंगी है और ये थोड़ी आम वैल्डिंग के नालों स्पीड घट है और उसका कारण यह है कि ये जो वैल्डिंग का जो मटीरियल है जो डिपोजिशन रेट है वो घट है, उस करके वैल्डिंग स्पीड भी घट है जिसे डिफिकल्ट होंदा है वैल्डिंग करना। और इसके जो पैरामीटर्स ने गैस फ्लो टंगस्टन इलैक्ट्रोड सिलेक्शन करना
और इसकी नोजल टिप सिलेक्ट करना, ये पैरामीटर का भी बहुत ज़्यादा ध्यान रखना पैंदा, उस अकॉर्डिंग ही ये अगे प्रोसैस जोड़ा है वो असी पॉसीबल कर पाने हाँ। ये कुछ फीचर्स ने ये कि ये वैल्डिंग के हायर टैंपरेचर असी प्राप्त करते हैं कि जिस इस तरह की क्वालिटी जिमें कि जो वैल्डिंग ज्वाइंट होया है वो बेस मैटल के नालों भी बहुत वधिया शाइन कर रहा है। उस तो ये सारा क्लीयर होता है कि इस वैल्डिंग के जो ज्वाइंट क्वालिटी है वो बहुत वधिया प्राप्त होती है और इस वैल्डिंग ऑटो मैनुअल दोनों हाँ जी सर, परमिंदर सर जी। हाँ जी मैं क्या आप सैशन क्वेरी सैशन भी लेना है ना जी, आप 2-3 मिनट चलू करेंगे वाइंड अप। हाँ जी बिल्कुल मैडम जी राइट ठीक है। और इस वैल्डिंग वैल्ड के आल पोजीशन के उत्ते असीं वैल्ड कर पाने हैं और ये वैल्डिंग स्पीड जी 8 तो 50 mm तक वैल्डिंग स्पीड प्राप्त कर लें हैं और इस वैल्डिंग जी हैगी असीं हरेक पोजीशन के उत्ते वर्टिकल होरीजेंटल और सारिया पोजीशनों के उत्ते वैल्डिंग असीं वो कर पाने हैं। इस तो बाद जो असीं वैल्डिंग ज्वाइंट है तुसीं देख रहे हो कि कितना साफ वैल्डिंग ज्वाइंट है जिहड़े कि बिल्कुल क्लीन वैल्डिंग ज्वाइंट प्रोड्यूस होंदा है जिहदे नो स्पार्क्स नो पैटर्नस नो फ्यूम गैसेज और नो फ्लक्स की जरूरत पैंदी है। और इसके एप्लीकेशन हुण ये जिवें तुसीं समझ ही चुके हो कि हाई टैंपरेचर और बहुत वधिया वैल्डिंग ज्वाइंट प्राप्त होंदा है। इस अकॉर्डिंग ये जो वैल्डिंग ज्वाइंट जो 100% मतलब कि क्वालिटी सानू प्राप्त होंदी है उस अकॉर्डिंग सब इसके जो एप्लीकेशनस ने वो जिवें न्यूक्लियर इंडस्ट्री के मैक्सीमम बहुत ज़्यादा यूज़ हो रही है, एयरक्राफ्ट इंडस्ट्री, फूड इंडस्ट्री, मेनटेनेंस एंड रिपेयर वर्क के और सम मैन्युफैक्चर एरिया के और शोर ऑफ शोर इंडस्ट्री, कंबाइन हीट एंड पावर प्लांट्स, पेट्रोकैमिकल इंडस्ट्री, कैमिकल इंडस्ट्री, पेपर एंड टैक्सटाइल इंडस्ट्री, रेलवे एंड ऑटो इंडस्ट्री, इन सारिया इंडस्ट्रिया के बहुत ही पॉपुलर ने और बहुत ही डिमांड ने। अज मॉडर्न की वैल्डिंग है जो कि हर जगह इसकी डिमांड है। टिग और मिग वैल्डिंग जी हैगी अज समय की डिमांड है कि जिमें टोटली साडे इंडस्ट्री में ऑटो इंडस्ट्री जो है वो मिग और टिग के उत्ते डिपेंड है। उस प्रकार साडी रेलवे इंडस्ट्री जो है वो सारी नवे जो कोच बन रहे हैं या नवी जो मैन्युफैक्चर हो रही है वो सारी टिग वैल्डिंग की ही रिकमेंडेड है। टिग वैल्डिंग साडे लिए बड़ी इंपोर्टेंस है। हुण असीं इत्थे डिस्कस करांगे कि वैल्डिंग दे विच टैक्नीक जो वरती जाती है। ये असी दो एक फिलर रोड यूज़ करते हैं और एक बार फिलर रोड असी यूज़ नहीं करते हैं। मान लो असी फिलर रोड यूज़ करना है तो किमें वैल्डिंग करनी है, अगर फिलर रोड यूज़ नहीं करना है तो किमें वैल्डिंग करनी है। हुण सब तो पहला असी डिस्कस करते हैं कि अगर असी फिलर रोड यूज़ करते हैं तो असी वैल्डिंग के किहड़े 3 स्टैप फॉलो करने हैं। जिवें सब तो पहला टॉर्च नूं 90 डिग्री के उत्ते असी स्ट्राइक करके अपना तो स्ट्राइक करके अपना आर्क गैप बनाते हुए असी मोल्टन पूल बनाना है। जो कि मैटल पिघल जाए एक मोल्टन पूल बन जाए उस तो बाद असी इस टॉर्च नूं हल्का 15 डिग्री ट्विल्ट करना है कि इस तरह का 75 डिग्री एंगल बने। उन्होंने ट्विल्ट करके डायरैक्शन ऑफ वैल्डिंग में स्लाइड के डायरैक्शन ऑफ साइड जिस डायरैक्शन में असी वैल्डिंग ज्वाइंट बनाना है उसनों ट्विल्ट करके असी अपना वैल्डिंग ज्वाइंट जोड़ा है वो कंप्लीट करना है। उस तो अगली स्लाइड हैगी है जिस असी ये समझना है कि अगर असी फिलर रोड यूज़ करते हैं तो फिर असी टॉर्च की स्टार्टिंग किमें करनी है। वो सेम पहला प्रोसैस है कि सब तो पहला 90 डिग्री के टॉर्च को स्ट्राइक करके असी आर्क बनानी है। जो आर्क बन जाए और बडल कुछ ही सैकेंड एक मोल्टन पूल बन जाता है। वो जिमें मोल्टन पूल बनता है तो आप फिर सैकेंड पोजीशन 75 डिग्री के टॉर्च को ट्विस्ट करना है और ट्विस्ट करके और 15 डिग्री तो 20 डिग्री के एक फिलर रोड वो दूसरे हैंड के नाल ऐड करना है जोड़ा कि लीडिंग एज के उत्ते असी फिलर रोड और टॉर्च नूं असी अपना वेल्डिंग ज्वाइंट दे वल वेल्डिंग करते अगे वधना है। और इस एक चीज़ ध्यान वाली रखने वाली हैगी है कि जो फिलर रोड हैगा इस इत्थे तुसीं देखोगे इस एरो दे नाल फिलर रोड ऐड किया जा रहा और इस एरो दे नाल फिलर रोड कढ़िया जा रहा है। तो इसका मतलब ये हैगा कि इहदे विच असीं
ਜਿਵੇਂ ਟਾਂਕੇ ਲਗਾਈ ਨੇ, ਇੱਕ ਟਾਂਕਾ ਵੈਲਡਿੰਗ ਦਾ ਅੱਗੇ ਲਗਾਉਂਦੇ ਹੋਏ ਅੱਗੇ ਨੂੰ ਵੱਢਣਾ ਹੈਗਾ, ਜਿਹਦੇ ਵਿੱਚ ਸਾਡੇ ਦੂਸਰੇ ਖੱਬੇ ਹੱਥ ਦਾ, ਜਿਸ ਵਿੱਚ ਸਾਡਾ ਫਿਲਰ ਰੋਡ ਹੁੰਦਾ, ਉਹਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਕਿ ਉਸ ਨੂੰ ਅਸੀਂ ਕਿੱਥੇ ਦੁਬਾਰਾ ਰੱਖਣਾ, ਫਿਰ ਚੱਕਣਾ, ਫਿਰ ਚੱਕਣਾ। ਇਹਦੇ ਨਾਲ ਇੱਕ ਵੈਲਡਰ ਬੜੇ ਮਤਲਬ ਕਿ ਟੈਕਨੀਕ ਦੇ ਨਾਲ ਇਸ ਵੈਲਡਿੰਗ ਨੂੰ ਜਿਹੜਾ ਹੈਗਾ, ਜਿਵੇਂ ਕਿ ਅਗਰ ਆਪਾਂ ਗੈਸ ਵੈਲਡਿੰਗ ਪਹਿਲਾਂ, ਇਸ ਤੋਂ ਪਹਿਲਾਂ ਪੜ੍ਹੀ ਹੋਈ ਹੈ ਫਸਟ ਸਮੈਸਟਰ ਦੇ ਵਿੱਚ, ਉਹਦੇ ਵਿੱਚ ਮੋਸਟਲੀ ਜਿਨ੍ਹਾਂ ਨੇ ਗੈਸ ਵੈਲਡਿੰਗ ਕਰ ਲਈ ਹੈ ਉਹਦੇ ਵਾਸਤੇ ਤਾਂ ਕੋਈ ਇਹ ਵੱਡੀ ਗੱਲ ਨਹੀਂ ਹੈਗੀ। ਉਹ ਵੈਲਡਿੰਗ ਸਮਝ ਹੀ ਗਏ ਹੁੰਦੇ ਆ ਉਹ ਕਿਵੇਂ ਅਸੀਂ ਫਿਲਰ ਰੋਡ ਨੂੰ ਇਸ ਵੈਲਡਿੰਗ ਦੇ ਵਿੱਚ ਐਡ ਕਰਨਾ ਹੈ ਅਤੇ ਉਸ ਨੂੰ ਅੱਗੇ ਵੈਲਡਿੰਗ ਕਰਨਾ ਹੈ। ਉਹ ਇਸੇ ਪ੍ਰਕਾਰ ਅਸੀਂ ਅੱਗੇ ਵਧਦੇ ਹੋਏ ਆਪਣਾ ਵੈਲਡਿੰਗ ਜੁਆਇੰਟ ਕੰਪਲੀਟ ਕਰਨਾ ਹੈ। ਹੁਣ ਜੋ ਆਪਣਾ ਟੰਗਸਟਨ ਇਲੈਕਟ੍ਰੋਡ ਹੁੰਦਾ ਹੈ, ਉਹ ਉਹਨਾਂ ਦੇ ਅੱਗੇ ਜੋ ਟਿਪ ਹੈ, ਉਹ ਉਸ ਨੂੰ ਤਿਆਰ ਕਰਨਾ ਬੜਾ ਮਤਲਬ ਕਿ ਇੱਕ ਇੰਪੋਰਟੈਂਟ ਕੰਮ ਹੈ ਟੰਗਸਟਨ ਇਲੈਕਟ੍ਰੋਡ ਦੇ ਵਿੱਚ। ਟੰਗਸਟਨ ਇਲੈਕਟ੍ਰੋਡ ਜਿਵੇਂ ਸਾਡੇ ਕੋਲ 2.5 mm ਦਾ ਟੰਗਸਟਨ ਇਲੈਕਟ੍ਰੋਡ ਹੈ, ਉਸ ਤੋਂ 2.5 ਤੋਂ ਘੱਟ ਸਾਈਜ਼ ਦਾ ਟੰਗਸਟਨ ਇਲੈਕਟ੍ਰੋਡ ਹੈ, ਤੇ ਉਸ ਇਲੈਕਟ੍ਰੋਡ ਦਾ ਜੋ ਅੱਗੇ ਵਾਲੀ ਟਿਪ ਹੈ, ਉਸ ਦੀ ਲੰਬਾਈ ਅਸੀਂ ਡਾਈ ਤੋਂ ਡਬਲ ਹੀ ਰੱਖਣੀ ਹੈ। ਅਗਰ 2.5 mm ਤੋਂ ਇਲੈਕਟ੍ਰੋਡ ਜ਼ਿਆਦਾ ਹੈ तो उसकी जो कोण है उसकी लंबाई असी 1.5 डायमीटर तक ही रखनी है। हाँ, ये जो टिप जी तैयार करनी है ये बहुत ज़्यादा इंपॉर्टेंट है। जिमें जिस प्रकार साड़ी स्टेट वैल्डिंग दे विच, स्टेपलैरिटी वैल्डिंग दे विच ये टिप साड़ी तैयार करने की बड़ी इंपॉर्टेंस है। दूसरी गल है कि जो आप जो आर्क बनानी है वो असी 1 to 5 mm के करीब बनानी है, और जो टंगस्टन इलैक्ट्रोड है वो टॉर्च तो कितना बार कढ़ना है, वो 1.3 तो 5 mm, ਜਾਂ ਮੋਸਟਲੀ ਇਹਨੂੰ ਅਸੀਂ ਪੜ੍ਹ ਲਈਏ ਕਿ ਜੋ ਟੰਗਸਟਨ ਇਲੈਕਟ੍ਰੋਡ ਦਾ ਡਾਇਆ ਹੁੰਦਾ ਉਸ ਤੋਂ ਅਸੀਂ 2 ਗੁਣਾ ਜਾਂ 3 ਗੁਣਾ ਟਾਰਚ ਤੋਂ ਟੰਗਸਟਨ ਇਲੈਕਟ੍ਰੋਡ ਨੂੰ ਬਾਹਰ ਰੱਖਣਾ ਹੈ। ਔਰ ਟਾਰਚ ਦਾ ਜੋ ਡਾਇਆ ਹੈਗਾ ਆ ਉਸ ਦੇ ਬਰਾਬਰ ਅਸੀਂ ਜੋ ਹੈ ਸਟ੍ਰਾਈਕ ਰੱਖਣੀ ਹੈ, ਸਟ੍ਰਾਈਕ ਆਰਕ ਸਟ੍ਰਾਈਕ ਰੱਖਣੀ ਹੈ। और इसे प्रकार जो आप ग्राइंड करके ਇਹਦਾ जो इंकलाइंड एंगल बनाने हैं, जो कि असी 60 डिग्री एंगल जोड़ा बेस्ट एंगल हैगा, जिस जोड़ा कि साडे टंगस्टन इलैक्ट्रोड ਨੂੰ ਚਾਹੀਦਾ ਹੁੰਦਾ। अदरवाइज असी जो प्रॉपर अदर कोई एंगल आप रखते हैं ਉਹਦੇ ਨਾਲ ਸਾਡਾ इलैक्ट्रोड जोड़ा है बहुत जल्दी बर्न हो जाएगा, और सानू जो क्वालिटी ऑफ वैल्ड चाहिए है वो बिल्कुल प्राप्त नहीं होगी। ਹੁਣ ਇਸ ਵਿੱਚ ਸਲਾਈਡ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਅਗਰ ਸਾਡਾ ਟੰਗਸਟਨ ਇਲੈਕਟ੍ਰੋਡ ਪ੍ਰੋਪਰ ਗ੍ਰਾਈਂਡ ਕੀਤਾ ਹੈ, ਪ੍ਰੋਪਰ ਟਿਪ ਬਣੀ ਹੈ, ਤਾਂ ਸਾਡੀ ਇਸ ਪ੍ਰਕਾਰ ਬੜੀ ਵਧੀਆ ਇੱਕ ਸਾਡੀ ਲਾਈਟ ਬਣੇਗੀ। ਔਰ ਜੋ ਵਧੀਆ ਲਾਈਟ ਬਣੇਗੀ ਤਾਂ ਸਾਡੀ ਬਹੁਤ ਵਧੀਆ ਵੈਲਡਿੰਗ ਹੋਏਗੀ। ਔਰ ਜਿਸ ਨੂੰ ਵੈਲਡਿੰਗ ਕਰਨ ਦਾ ਤਰੀਕਾ ਹੈ ਕਿ ਆਪਾਂ ਜੋ ਐਕਸੈਸ ਦੇ ਵਿੱਚ ਗ੍ਰਾਈਂਡਰ ਚੱਲ ਰਿਹਾ ਨਾ, ਉਸ ਦੇ ਐਕਸੈਸ ਦੇ ਵਿੱਚ ਹੀ ਜਾ ਕੇ ਆਪਾਂ ਪੂਰੇ ਵੈਲਡਿੰਗ ਕਰਨਾ ਹੈ ਤੇ ਉਹਦੀ ਟਿਪ ਬਣਾਉਣੀ ਹੈ। ਔਰ ਅਗਲਾ ਪੋਰਸ਼ਨ ਜਿਹੜਾ ਹੈਗਾ ਉਹਨੂੰ ਫਲੈਟ ਰੱਖਣਾ ਹੈ। और अगर असी एक साइड तो असी इस तरह का बिल्कुल तिखा जिहा ग्राइंड करांगे टंगस्टन इलैक्ट्रोड, और जिहदे नाल फिर लाइट जिहड़ी हैगी वो इस तरह फ्लैक्चुएट करेगी, जिहदे नाल कि सानू वैल्डिंग करते समय बड़ी दिक्कत आएगी। हाँ, हुण अगर बाई द वे असी बड़ा तिखा जिहा ग्राइंड कर लिया, मान लो कि बड़ा लंबा सारा आपां टंगस्टन इलैक्ट्रोड ग्राइंड कर लिया जिहदा एंगल 15 डिग्री आ, तो जो असी उहनूं वैल्डिंग करांगे तो उहदी जो लाइट जो आर्क बनेगी वो वैल्डिंग जॉइंट के उत्ते दा विखरी जाएगी, तो जिहदे नाल की होएगा कि वो जो गहराई तक ना तो टैंपरेचर मिलेगा तो ना ही गहराई तक जिहड़ा हैगा सानू वो वैल्डिंग जॉइंट हो पाएगा। और प्लस विच ये जिन्नी आर्क लेंथ जो टॉर्च बिल्कुल लागे हैगी उहदे नाल साडा उन्नी जल्दी साडा टैंक जिहड़ा हैगा इलैक्ट्रोड भी खत्म हो जाएगा और साडा काम भी नहीं होएगा। अगले नंबर की स्लाइड हैगी, जे साडा एंगल 35 डिग्री हैगा तो उहदे विच भी देखो कि साडी बीट जिहड़ी हैगी आर्क है वो पूरी फैल गई है, सानू ਉਹਦੇ ਨਾਲ ਕੋਈ ਪ੍ਰੋਪਰ ਪੈਨੀਟ੍ਰੇਸ਼ਨ ਪ੍ਰੋਪਰ ਨਹੀਂ ਹੋ ਰਿਹਾ, ਨਾ ਹੀ ਸਾਨੂੰ ਪੈਨੀਟ੍ਰੇਸ਼ਨ 45 ਡਿਗਰੀ ਤੇ ਪ੍ਰਾਪਤ ਹੁੰਦਾ, ਉਹਦੇ ਨਾਲ ਵੀ ਨਾ ਪੈਨੀਟ੍ਰੇਸ਼ਨ ਔਰ ਬੀਟ ਜਿਹੜੀ ਉਹ ਸਾਡੀ ਫੈਲ ਜਾਂਦੀ ਹੈ। ਅਗਰ ਸਾਡਾ ਐਂਗਲ ਜਿਹੜਾ ਹੈ ਉਹ 60 ਡਿਗਰੀ ਰੱਖਿਆ ਜਾਏਗਾ ਔਰ ਜਿਹਦੇ ਨਾਲ ਸਾਡੀ ਆਰਕ ਜਿਹੜੀ ਹੈ ਬੜੀ ਪ੍ਰੋਪਰ ਪੈਨੀਟ੍ਰੇਸ਼ਨ ਪ੍ਰਾਪਤ ਹੋਏਗਾ ਔਰ ਸਾਡੀ ਵੈਲਡਿੰਗ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਹੋ ਪਾਏਗੀ। ਹੁਣ ਸਾਡੇ ਮਾਰਕੀਟ ਦੇ ਵਿੱਚ ਟੰਗਸਟਨ ਇਲੈਕਟ੍ਰੋਡ ਜਿਹੜੇ ਹੈਗੇ 0.05 ਤੋਂ 8 mm ਤੱਕ, और मोस्टली ਜਿਹੜੇ ਹੈਗੇ 1.6 ਤੋਂ 2.4 3.4 और 4 mm ਦੇ ਵੈਲਡਿੰਗ ਇਲੈਕਟ੍ਰੋਡ ਅਸੀਂ ਯੂਜ਼ ਕਰਦੇ ਹਾਂ ਮਾਰਕੀਟ ਵਿੱਚ। ਮਤਲਬ ਕਿ 8 mm ਤੱਕ ਸਾਨੂੰ 0.5 ਤੋਂ ਲੈ ਕੇ 8 mm ਤੱਕ ਮਾਰਕੀਟ ਵਿੱਚ ਵੈਲਡਿੰਗ ਇਲੈਕਟ੍ਰੋਡ ਅਵੇਲੇਬਲ ਹੈ, ਪਰ ਜਿਹੜਾ ਕਾਮਨਲੀ ਯੂਜ਼ ਹੁੰਦੇ ਆ ਉਹ 1.6 ਤੋਂ ਲੈ ਕੇ 4 mm ਤੱਕ। हाँ, और
ਜਦੋਂ ਵੀ ਅਸੀਂ ਟੰਗਸਟਨ ਇਲੈਕਟ੍ਰੋਡ ਸਿਲੈਕਟ ਕਰਨਾ ਹੈ ਕਿ ਹਾਂ ਅਸੀਂ ਵੈਲਡਿੰਗ ਕਰਨ ਜਾ ਰਹੇ ਹਾਂ ਮੈਟਲਸ ਨੂੰ, ਜੋ जी परमिंदर सर जी 2 मिनट रह गए जी। ओके मैम, दो ओके ओके क्वेरीज अपने को एक सतीश कुमार ते एक ललित जी दी मैं अनम्यूट करन लगी हां जी, है ना मैनू एक जी जी ठीक है एक मैम, बार थैंक्स करके इन्हां दा क्वेरी ले लो। मेरी पास लास्ट स्लाइड है मैम, लास्ट जी जी करो कंप्लीट से करो। साला हट ले रहा एक ही बड़ी लग रहा है ठीक है, ऊपर ही निकल जाना डायरेक्ट। वो आया कब अप्लाई के लिए नोट का टेस्ट तो हाँ जी, और इनसाइड सम नोट आगे तो कोई क्वेरी है तो मैं आगे कड़क लाए राम जाके कड़क लाए और लाया लाया आइयो जी सर कौन चला देना है तो मैं चला इला सारा सार मैं करती भी जीरो कौन दूंगी जमा काट दे वो देख के क्या भी है मुझे राम जरा ले चल पूरा साइड हो चढ़ ही नहीं कि सारे सामने कल्ला कल्ले ना गड़ा महीना आ गया दिसंबर परमिंदर जी पूछ लो नहीं तो आप थैंक्स करिए जी जी दो हां परमिंदर सर जी पर ले जदा मेरा फ्रेंड मैं बड़ा फोन किया मैं इथे आ जा सीधा राम दिलाया मैंने पढ़ा मैं ले ओ नहीं वाली बोला नहीं नहीं वो नहीं होता कोई गल तीनों को क्या तीनों का था कहां नंबर भाई कोई होनी हुन बनने वाले नहीं नहीं हाँ जी परमिंदर सर जी लास्ट स्लाइड शो कर दो जी थैंक्स कर दो जी कोई क्वेरी रिस्पांस नहीं दे रहे केशव कुमार जी आपकी कोई क्वेरी है तो काइंडली पूछिए केशव कुमार हाँ जी, बहुत बहुत शुक्रिया तुसी मेरा लैक्चर सुनिया है और तुहानू मेरा लैक्चर किवें दा लगा। अगर किसी प्रकार की कोई इंक्वायरी है तो जरूर दसो। अगर मेरा लैक्चर तुहानू अच्छा लगा तो तुसी मेरे नंबर के उत्ते कमेंट करके जरूर दसना मेरे लैक्चर दे विच की अच्छा लगा। अगर कोई किसी प्रकार का किसी का सुझाव होवे वो भी जरूर मैनू दसना। ते तुसी इस लैक्चर ते आए हो और बड़ा शुक्रिया तुहाडा, धन्नवाद।